सा ਬੰਦੋਂ ਬਾਰ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਫਤਿਹ ਵਿਗਨ ਵਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ ਕਹਿ ਮੋਰਿਓ ਸਦਨ ਤਿਖਾਨਾ ਕੀਏ ਆਗੇ ਕੋ ਆਪ ਪਿਆਨਾ ਦੇਖੇ ਸਦਨ ਜਾਏ ਤਿਨ ਜਬ ਹੀ ਮੰਦਰ ਸੁੰਦਰ ਬਣੇ ਸੋ ਤਬ ਹੀ ਅਸ ਕਹਿ ਮੋਰਿਓ ਸਦਨ ਤਿਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਇੱਕ ਨਗਰ ਵਿੱਚ ਪਹੁੰਚਦੇ ਹਨ। ਜਿਸ ਨਗਰ ਦੇ ਵਿੱਚ ਇੱਕ ਤਰਖਾਣ ਬਹੁਤ ਪ੍ਰਭੂ ਦਾ ਪ੍ਰੇਮੀ ਭਗਤ ਰਹਿੰਦਾ ਹੈ, ਉਹਦੀ ਭਗਤੀ ਨੂੰ ਸਫਲਾ ਕਰਨ ਵਾਸਤੇ ਸਤਿਗੁਰੂ ਉਸ ਦੇ ਗ੍ਰਹਿ ਪਹੁੰਚਦੇ ਨੇ। ਉਸ ਨੇ ਸਤਿਗੁਰੂ ਜੀ ਨੂੰ ਪੂਰਨ ਸੰਤ ਜਾਣ ਕੇ ਸੋਹਣੇ ਆਸਣ ਜਿਹੜੇ ਸਾਨੂੰ ਲਾ ਕੇ ਦਿੱਤੇ, ਭੋਜਨ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ, ਸਾਰੀ ਰਾਤ ਸੇਵਾ ਕੀਤੀ ਹੈ। ਜਦ ਸਵੇਰ ਹੋਈ ਸਤਿਗੁਰੂ ਚੱਲਣ ਲੱਗੇ, ਮਹਾਰਾਜ ਜੀ ਨੇ ਇਸ ਦੀ ਜਿਹੜੀ ਛੰਨ ਸੀ ਆਪਣੇ ਹੱਥ ਵਿੱਚ ਸੋਟਾ ਲੈ ਕੇ ਇਹਦੀ ਸਾਰੀ ਛੰਨ ਤੋੜ ਦਿੱਤੀ। ਇਹਦੇ ਜਿਹੜੇ ਪੁਰਾਣੇ ਮੰਜੇ ਸਨ ਉਹ ਵੀ ਤੋੜ ਦਿੱਤੇ। ਜਿਸ ਮਿੱਟੀ ਦੇ ਬਰਤਨ ਵਿੱਚ ਭੋਜਨ ਤਿਆਰ ਹੋਇਆ ਸੀ ਛਕਿਆ ਸੀ, ਚੱਲਣ ਲੱਗਿਆਂ ਗੁਰਦੇਵ ਨੇ ਉਹ ਵੀ ਤੋੜ ਦਿੱਤਾ। ਜਦ ਮਹਾਰਾਜ ਚੱਲੇ ਹਨ, ਇਹ ਫਿਰ ਵੀ ਆਪਣਾ ਅਡੋਲ ਮਨ ਰੱਖ ਕੇ ਪੂਰਨ ਸ਼ਰਧਾ ਰੱਖ ਕੇ ਸਤਿਗੁਰੂ ਨੂੰ ਵਿਦਾ ਕਰਨ ਚੱਲਿਆ। ਭਾਈ ਮਰਦਾਨਾ ਜੀ ਦੇਖ ਕੇ ਸਤਿਗੁਰਾਂ ਨੂੰ ਪੁੱਛਦੇ ਨੇ, ਗੁਰਦੇਵ ਇਹ ਕੀ ਮਾਜਰਾ ਹੈ ਕਿ ਇਸ ਨਗਰ ਵਿੱਚ ਹੋਰ ਤਾਂ ਕਿਸੇ ਨੇ ਆਪਣੇ ਘਰ ਸਾਨੂੰ ਰੱਖਿਆ ਨਹੀਂ, ਇਹਨੇ ਆਪਣੇ ਘਰ ਲਿਆ ਕੇ ਸਾਨੂੰ ਰਾਤ ਰੱਖਿਆ, ਸੇਵਾ ਕੀਤੀ, ਸਾਰੀ ਰਾਤ ਸੇਵਾ ਦੇ ਵਿੱਚ ਹਾਜ਼ਰ ਰਿਹਾ। ਸਤਿਗੁਰੂ ਕੀ ਇਹਦੀ ਸੇਵਾ ਤੋਂ ਤੁਸੀਂ ਪ੍ਰਸੰਨ ਨਹੀਂ ਹੋਏ? ਇਹਨਾਂ ਗੁੱਸਾ ਕਿਉਂ ਕੀਤਾ ਮਹਾਰਾਜ? ਇਹ ਗਰੀਬ ਦੀ ਛੰਨ ਵੀ ਤੋੜ ਦਿੱਤੀ, ਇਹਦੇ ਮੰਜੇ ਵੀ ਤੋੜ ਦਿੱਤੇ, ਇਹਦੇ ਬਰਤਨ ਵੀ ਤੋੜ ਦਿੱਤੇ। ਭਾਈ ਮਰਦਾਨੇ ਦਾ ਇਹ ਬੋਲ ਸੁਣ ਕੇ ਗੁਰਦੇਵ ਨੇ ਕਿਹਾ, ਗੁਰੂ ਕਹੈ ਇਨ ਸੇਵ ਜੋ ਕੀਨੰ ਭਾਈ ਪ੍ਰਵਾਨ ਲੇਹੂ ਮਨ ਚੀਨ। ਮਰਦਾਨਿਆਂ, ਇਹਦੀ ਸੇਵਾ ਜਿਹੜੀ ਸਾਨੂੰ ਪ੍ਰਵਾਨ ਹੋਈ ਹੈ, ਇਹ ਸਾਰਾ ਕੁਝ ਤਾਂ ਅਸੀਂ ਕੀਤਾ ਹੈ। ਇਹ ਕਹਿ ਕੇ ਸਤਿਗੁਰੂ ਚੱਲ ਪਏ। ਭਾਈ ਸੈਦੋ ਘੀਓ ਨੂੰ ਵਾਪਸ ਮੋੜ ਦਿੱਤਾ ਤੇ ਅਡੋਲ ਸ਼ਰਧਾ ਪੂਰਨ ਭਰੋਸਾ ਰੱਖ ਕੇ ਜਦ ਉਹ ਵਾਪਸ ਮੁੜਦਾ ਹੈ, ਜਦ ਆ ਕੇ ਇਸਨੇ ਆਪਣੇ ਉਹਨਾਂ ਜਗ੍ਹਾ ਦੇ ਉੱਤੇ ਸੁੰਦਰ ਮਹਿਲ ਬਣੇ ਦੇਖੇ ਨੇ, ਸੋਹਣੀਆਂ ਵਸਤੂਆਂ ਘਰ ਦੇ ਵਿੱਚ ਦੇਖੀਆਂ ਨੇ, ਫਿਰ ਇਹ ਜਾਣ ਗਿਆ ਕਿ ਇਹ ਤਾਂ ਪੂਰਨ ਕਰਤਾਰ ਦਾ ਹੀ ਰੂਪ ਸਨ। ਤੇ ਮਨ ਵਿੱਚ ਸੋਚਦਾ ਹੈ ਕਿ ਜੇ ਪਹਿਲਾਂ ਮੈਨੂੰ ਇਸ ਗੱਲ ਦੀ ਖਬਰ ਦੇ ਜਾਂਦੇ ਤੇ ਮੈਂ ਆਪਣੇ ਘਰ ਰੱਖ ਕੇ ਹੋਰ ਇਹਨਾਂ ਦੀ ਸੇਵਾ ਕਰਦਾ। ਇਉਂ ਸਤਿਗੁਰੂ ਜੀ ਨੇ ਇੱਥੇ ਭਾਗ ਲਾਏ ਹਨ। ਜਿਸ ਤਰ੍ਹਾਂ ਅਗਲੇ ਨਗਰ ਵਿੱਚ ਜਾ ਕੇ ਰਾਜੇ ਨੂੰ ਨਿਹਾਲ ਕਰਨਗੇ, ਉਪਦੇਸ਼ ਦੇਣਗੇ। ਜਿਹੜਾ ਭੁੱਲਿਆ ਹੋਇਆ ਕੁਕਰਮਾਂ ਦੇ ਵਿੱਚ ਫਸਿਆ ਹੋਇਆ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਰਿਹਾ ਸੀ,
ਮਹਾਰਾਜ ਉਹਨੂੰ ਉਪਦੇਸ਼ ਦੇਣਗੇ ਤੇ ਉਪਦੇਸ਼ ਸਤਿਗੁਰਾਂ ਦਾ ਸਾਡੇ ਲਈ ਸਾਰਿਆਂ ਲਈ ਸਾਂਝਾ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੀ ਜੋ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਅੱਗੇ ਆ ਰਹੀ ਹੈ, ਜਨਮ ਸਾਖੀ ਦੇ ਵਿੱਚ ਆਪਣੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ, ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੋਨੇ ਬਣਾ ਕੇ ਪੀਣ ਦਾ ਯਤਨ ਕਰੀਏ। ਆਪ ਸਮੁੱਚੀ ਸੰਗਤ ਦਿਓ ਅਸੀਸ, ਰਸਨਾ ਕਰੋ ਸਾਰੇ ਪਵਿੱਤਰ। ਸਤਿਗੁਰੂ ਜੀ ਨੂੰ ਅਦਬ ਦੇ ਨਾਲ ਅਸੀਸ ਝੁਕਾਉਂਦਿਆਂ ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸ ਕਹਿ ਮੋਰਿਓ ਸਦਨ ਤੇ ਖਾਨਾ। ਸਤਿਗੁਰੂ ਜੀ ਅੱਗੇ ਚਲੇ ਗਏ ਨੇ ਅਤੇ ਉਹ ਜਿਹੜਾ ਸੈਦੋ ਘੀਓ ਤਰਖਾਣ ਸੀ ਉਹਨੂੰ ਗੁਰਦੇਵ ਨੇ ਬੜੇ ਪਿਆਰ ਦੇ ਨਾਲ ਪਿਛਾਂ ਮੋੜ ਦਿੱਤਾ ਹੈ। ਇਸ ਆਗੇ ਕੋ ਆਪ ਪਿਆਨਾ। ਇਹਨੂੰ ਪਿੱਛੇ ਮੋੜ ਕੇ ਸਤਿਗੁਰੂ ਆਪ ਅਗਲੇ ਨਗਰ 'ਚ ਚਲੇ ਗਏ ਹਨ। ਦੇਖੇ ਸਦਨ ਜਾਏ ਤਿਨ ਜਬ ਹੀ। ਜਦ ਭਾਈ ਸੈਦੋ ਘੀਓ ਨੇ, ਇਹ ਪ੍ਰੇਮੀ ਤਰਖਾਣ ਨੇ ਆਪਣੇ ਘਰ ਜਾ ਕੇ ਦੇਖੇ ਹਨ। ਮੰਦਰ ਸੁੰਦਰ ਬਣੇ ਸੋ ਤਬ ਹੀ। ਬੜੇ ਜ਼ਿਆਦਾ ਸੁੰਦਰ ਜਿਹੜੇ ਮੰਦਰ ਸਨ ਉਹ ਆਪਣੇ ਘਰ ਦੇ ਵਿੱਚ ਬਣੇ ਦੇਖੇ। ਜਿੱਥੇ ਰਾਤ ਸਤਿਗੁਰਾਂ ਨੂੰ ਰੱਖਿਆ ਸੀ, ਪਹਿਲਾਂ ਇਹ ਗਰੀਬ ਦੀ ਕੱਚੀ ਇੱਕ ਛੰਨ ਸੀ, ਪਰ ਹਿਰਦੇ ਵਿੱਚ ਪ੍ਰੇਮ ਦੀ ਸੇਜਾ ਲੱਗੀ ਹੋਈ ਸੀ। ਜਿਹੜੇ ਬਚਨ ਆਪਾਂ ਗੁਰਦੇਵ ਦੇ ਪੜ੍ਹਦੇ ਹਾਂ, ਹਿਰਦੈ ਸੇਜ ਵਿਸ਼ੀ ਧਨ ਕੰਤਾ। ਹਿਰਦੇ ਰੂਪੀ ਘਰ ਦੇ ਵਿੱਚ ਇੱਕ ਸੇਜਾ ਵਿਸ਼ੀ ਹੈ, ਪਰ ਜੀਵ ਰੂਪ ਇਸਤਰੀ ਸੁੱਤੀ ਹੈ ਤੇ ਪਤੀ ਪਰਮਾਤਮਾ ਜਾਗਦਾ ਹੈ। ਜਦੋਂ ਇਹ ਜੀਵ ਰੂਪ ਇਸਤਰੀ ਜਾਗ ਪਵੇ ਤੇ ਫੇਰ ਹੀ ਪਤੀ ਦਾ ਮਿਲਾਪ ਹਿਰਦੇ ਘਰ ਵਿੱਚ ਹੋ ਸਕਦਾ ਹੈ। ਪਰ ਇਹ ਜਿਹੜਾ ਤਰਖਾਣ ਪ੍ਰੇਮੀ ਸੀ, ਇਹਨੇ ਆਪਣੀ ਹਿਰਦੇ ਦੀ ਸੋਹਣੀ ਸੇਜਾ ਵਿਛਾਈ ਸੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਇਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਇਹਦੀ ਕੱਚੀ ਛੰਨ ਤੋੜ ਦਿੱਤੀ। ਜਦੋਂ ਵਾਪਸ ਗਿਆ ਹੈ ਤੇ ਜਾ ਕੇ ਕੀ ਦੇਖਦਾ ਹੈ, ਬੜੇ ਸੁੰਦਰ ਮਹਿਲ ਜਿਹੜੇ ਸਨ, ਬੜੇ ਅਲੀਸ਼ਾਨ ਜਿਹੜੇ ਮਹਿਲ ਸਨ, ਉਹ ਗੁਰੂ ਜੀ ਨੇ ਇਹਨੂੰ ਬਖਸ਼ ਦਿੱਤੇ ਹਨ। ਜਿਨ ਮਹਿ ਬਾਸਨ ਧਨ ਕੇ ਪੂਰੇ। ਜਿਨ੍ਹਾਂ ਮਹਿਲਾਂ ਦੇ ਅੰਦਰ ਬਹੁਤ ਸੁੰਦਰ ਜਿਹੜੇ ਬਸਤਰ ਸਨ ਤੇ ਬਹੁਤ ਜ਼ਿਆਦਾ ਜਿਹੜਾ ਧਨ ਸੀ ਉਹ ਪਿਆ ਹੋਇਆ ਹੈ। ਧਰੇ ਬਸਤਰ ਨਾਨਾ ਬਿਦਰੂਰੇ। ਤੇ ਕਈ ਤਰ੍ਹਾਂ ਦੇ ਜਿਹੜੇ ਬਸਤਰ ਸਨ, ਪੁਸ਼ਾਕਾਂ ਸਨ, ਉਹ ਵੀ ਅੰਦਰ ਪਈਆਂ, ਇਹਨੂੰ ਪ੍ਰਾਪਤ ਹੋਈਆਂ ਨੇ ਉਸ ਘਰ ਦੇ। ਦੇਖ ਪਦਾਰਥ ਮਨ ਬਿਸਮਾਇਓ। ਜਦੋਂ ਇਹ ਸਾਰੇ ਪਦਾਰਥ ਭਾਈ ਸੈਦੋ ਘੀਓ ਨੇ ਘਰੇ ਜਾ ਕੇ ਦੇਖੇ ਨੇ ਨਾ, ਮਨ ਵਿੱਚ ਬੜਾ ਹੈਰਾਨ ਹੋਇਆ ਹੈ। ਏਕ ਓੰਕਾਰ ਹੋ ਤੋ ਪਹਿਚਾਨਿਓ। ਜਾਣ ਗਏ ਕਿ ਇਹ ਕੋਈ ਆਮ ਮਨੁੱਖ ਨਹੀਂ ਸਨ, ਇਹ ਤਾਂ ਏਕ ਓੰਕਾਰ, ਉਹ ਪਰਮਾਤਮਾ ਅਲਖ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੋਤੀ ਸਰੂਪ ਆਪ ਹੀ ਸਨ। ਸੋਰਠਾ ਚਾਰ ਪਦਾਰਥ ਪਾਏ ਭਇਓ ਨਿਹਾਲ ਦਿਖਾਨ ਸੋ। ਸਤਿਗੁਰਾਂ ਦੀ ਸੇਵਾ ਕਰਕੇ ਚਾਰ ਪਦਾਰਥ ਜਿਹੜੇ ਸਾਨੂੰ ਪ੍ਰਾਪਤ ਹੋ ਗਏ, ਕਿਉਂਕਿ ਗੁਰੂ ਦੀ ਸੇਵਾ ਕੀਤਿਆਂ ਕੀ ਨਹੀਂ ਮਿਲਦਾ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜਿਸ ਤਰ੍ਹਾਂ ਭਾਈ ਸੈਦੋ ਘੀਓ ਨੇ ਸੇਵਾ ਕੀਤੀ, ਗੁਰਦੇਵ ਨੇ ਪ੍ਰਸੰਨ ਹੋ ਕੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ, ਇਹ ਚਾਰੇ ਪਦਾਰਥ ਜਿਹੜੇ ਸਨ ਭਾਈ ਸੈਦੋ ਘੀਓ ਦੇ ਝੋਲੀ ਵਿੱਚ ਪਾ ਦਿੱਤੇ। ਰਹੇ ਉਰਦਾ ਪਛਤਾਏ ਸਕਿਓ ਨ ਭੇਦ ਪਛਾਣ ਮੈਂ। ਮਨ ਵਿੱਚ ਥੋੜਾ ਪਛਤਾਉਂਦੇ ਵੀ ਨੇ ਕਿ ਮੈਂ ਤਾਂ ਆਪਣੇ ਨੇਮ ਅਨੁਸਾਰ ਜਿਸ ਤਰ੍ਹਾਂ ਆਇਆਂ ਦੀ ਸੇਵਾ ਕਰਦਾ ਸੀ ਉਸ ਤਰ੍ਹਾਂ ਇਹਨਾਂ ਦੀ ਸੇਵਾ ਕੀਤੀ ਹੈ, ਪਰ ਮੈਂ ਪੂਰਨ ਤੌਰ ਤੇ ਭੇਦ ਜਾਣ ਨਹੀਂ ਸਕਿਆ ਕਿ ਤਾਂ ਕਰਤਾ ਪੁਰਖ ਅਕਾਲ ਪੁਰਖ ਆਪ ਹੀ ਆਏ ਸਨ। ਇਸ ਕਰਕੇ ਜਿਹੜੇ ਸੇਵਾ ਕਰਨ ਵਾਲੇ ਨੇ ਨਾ, ਉਹ ਸਾਰਿਆਂ ਵਿੱਚ ਹੀ ਪਰਮੇਸ਼ਰ ਦਾ ਰੂਪ ਦੇਖਦੇ, ਕਿਸੇ ਨਾਲ ਈਰਖਾ ਨਹੀਂ ਕਰਦੇ, ਕਿਸੇ ਨਾਲ ਉਹ ਸੇਵਾ ਕਰਦਿਆਂ ਵਾਧ ਘਾਟ ਨਹੀਂ ਕਰਦੇ, ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਜਾਣ ਕੇ ਉਹਦੀ ਸੇਵਾ ਵਿੱਚ ਲੱਗ ਜਾਂਦੇ। ਜਿਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਪਰਖ ਕੀਤੀ ਸੀ ਤੇ ਭਾਈ ਨੰਦ ਲਾਲ ਜੀ ਇਸ ਪਰਖ ਵਿੱਚੋਂ ਪੂਰੇ ਉਤਰੇ ਸਨ। ਤੇ ਜਿਹੜੇ ਕੇਵਲ ਤਾਂ ਕੇਵਲ ਆਪਣੀ ਬੁੱਧੀ ਨੂੰ ਪ੍ਰਧਾਨ ਜਾਣ ਕੇ ਅੱਗੇ ਲੱਗਦੇ ਹਨ, ਤੇ ਕਈ ਵਾਰੀ ਉਹ ਕਠੋਰ ਬਚਨ ਵੀ ਸੇਵਾ ਕਰਦਿਆਂ ਬੋਲ ਦਿੰਦੇ, ਪਰ ਜਿਹੜੇ ਮਨ ਵਿੱਚ ਨਿਮਰਤਾ ਰੱਖ ਕੇ ਗੁਰੂ ਗੁਰੂ ਜਪਦਿਆਂ ਸੇਵਾ ਕਰਦੇ, ਉਹ ਸਾਰਿਆਂ ਨੂੰ ਰੱਬੀ ਮੂਰਤ ਜਾਣ ਕੇ ਇੱਕ ਜਿਹਾ ਸਤਿਕਾਰ ਦਿੰਦੇ ਨੇ ਕਿ ਸਾਰਿਆਂ ਵਿੱਚ ਹੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਵਸਦਾ ਹੈ। ਜਿਸ ਤਰ੍ਹਾਂ ਪਤਾ ਨਹੀਂ ਕਿਹੜੇ ਰੂਪ ਵਿੱਚ ਉਹਨੇ ਆ ਕੇ
ਸਾਡੀ ਸੇਵਾ ਪ੍ਰਵਾਨ ਕਰਕੇ ਨਿਹਾਲ ਕਰ ਦੇਣਾ ਹੈ। ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਸ ਤਰ੍ਹਾਂ ਅਚਨਚੇਤ ਆ ਕੇ ਗੁਰਦੇਵ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਨੂੰ ਨਿਹਾਲ ਕਰ ਦਿੱਤਾ ਹੈ। ਚੌਪਈ ਆਗਿਆ ਕੀਨ ਗੁਰੂ ਪੁਨ ਗਵਨੰ। ਸਤਿਗੁਰੂ ਜੀ ਇਸ ਨਗਰ ਤੋਂ ਅੱਗੇ ਗਏ ਹਨ। ਜਿਹ ਕੋ ਸਿਮਰੈ 14 ਭਵਨੰ। ਜਿਨ੍ਹਾਂ ਸਤਿਗੁਰਾਂ ਨੂੰ 14 ਭਵਨ, ਕਿਉਂਕਿ ਇਹ ਸ੍ਰਿਸ਼ਟੀ ਜਿਹੜੀ ਹੈ, ਇਹ ਸਲਾਮਕ ਤਬਕ ਜਿਹੜੇ ਨੇ ਉਹ 14 ਮੰਨੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੱਖ ਆਗਾਸਾਂ ਆਗਾਸ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਲੱਖਾਂ ਆਕਾਸ਼ ਲੱਖਾਂ ਪਤਾਲ, ਜਾਂ 14 ਜਿਹੜੇ ਭਵਨ ਮੰਨੇ ਹਨ। ਸਾਰੀ ਜਗ੍ਹਾ ਹਰ ਥਾਂ ਦੇ ਉੱਤੇ ਪਰਮੇਸ਼ਰ ਨੂੰ ਯਾਦ ਕਰ ਰਹੇ ਤੇ ਪਰਮੇਸ਼ਰ ਦੀ ਮੂਰਤ ਸਰਗੁਣ ਸਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਆਪ ਆਏ ਹਨ। ਦੇਸ਼ ਭੁਟੰਤ ਹੁਤੋ ਜਿਹ ਥਾਈ। ਜਿਸ ਜਗ੍ਹਾ ਭੂਟਾਨ ਦੇਸ਼ ਹੈ, ਤਹਾਂ ਜਾਏ ਪਹੁੰਚੇ ਜਗ ਸਾਈ। ਜਗਤ ਦੇ ਮਾਲਕ ਸਤਿਗੁਰੂ ਉਹਨਾਂ ਨੂੰ ਵੀ ਨਿਹਾਲ ਕਰਨ ਵਾਸਤੇ, ਜਿਸ ਤਰ੍ਹਾਂ ਭਾਈ ਸੈਦੋ ਕੀ ਉਹ ਜਿਹੜਾ ਤਰਖਾਣ ਪ੍ਰੇਮੀ ਸੀ, ਇਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਇਹਦੀ ਘਾਲਣਾ, ਇਹਦੀ ਘਾਲ ਥਾਂ ਪਾਉਣ ਵਾਸਤੇ ਆਪ ਜਾਂਦੇ। ਉੱਥੇ ਸਤਿਗੁਰੂ ਜਿਹੜੇ ਨਗਰ ਵਿੱਚ ਹੁਣ ਜਾ ਰਹੇ ਨੇ ਨਾ, ਇੱਥੋਂ ਦੇ ਲੋਕ ਜਿਹੜੇ ਸਨ, ਕੁਝ ਪਰਮਾਤਮਾ ਨੂੰ ਭੁਲਾ ਚੁੱਕੇ ਨੇ। ਜਿਹੜਾ ਇੱਥੋਂ ਦਾ ਰਾਜਾ ਹੈ ਉਹ ਬੇਬਚਾਰੀ ਹੈ, ਤੇ ਇਹਦੇ ਤੇ ਵੀ ਮਾਲਕ ਨੇ ਤਰਸ ਕੀਤਾ ਹੈ। ਇਹਨੂੰ ਵੀ ਸਿੱਧੇ ਰਸਤੇ ਪਾਉਣ ਵਾਸਤੇ ਸਤਿਗੁਰੂ ਭੂਟਾਨ ਦੇਸ਼ ਪਹੁੰਚਦੇ ਹਨ। ਨਗਰ ਨਿਰਪਤ ਕੇ ਭਈ ਗਏ ਸਮੀਪਾ। ਤੇ ਇੱਥੋਂ ਦਾ ਜਿਹੜਾ ਰਾਜਾ ਸੀ ਉਹਦੇ ਕੋਲ ਗਏ ਹਨ। ਬਿਟਪ ਦੇਖ ਬੇਦੀ ਕੁਲ ਦੀਪਾ। ਬੇਦੀਆਂ ਦੇ ਕੁਲ ਦੇ ਦੀਪਕ ਸਤਿਗੁਰੂ ਜੀ ਨੇ ਨਗਰ ਤੋਂ ਬਾਰ-ਬਾਰ ਇੱਕ ਸੁੰਦਰ ਬ੍ਰਿਕਸ਼ ਦੇਖਿਆ ਹੈ। ਬੈਠੇ ਤੇ ਛਾਇਆ ਰਮਣੀਕਾ। ਇਸ ਬ੍ਰਿਕਸ਼ ਦੀ ਛਾਂ ਹੇਠਾਂ ਸਤਿਗੁਰੂ ਬਿਰਾਜਮਾਨ ਹੋਏ ਨੇ। ਜਿਨਕੇ ਦਰਸ ਕਟੇ ਦੁਖ ਜੀ ਕਾ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਇਹ ਕੋ ਨਿਰਪਤ ਹੁਤੋ ਵੱਡ ਕਾਮੀ। ਇਸ ਨਗਰ ਦਾ ਜਿਹੜਾ ਰਾਜਾ ਸੀ ਉਹ ਬਹੁਤ ਜ਼ਿਆਦਾ ਕਾਮੀ ਸੀ। ਸਦਾ ਰਹਿਤ ਪਰ ਗ੍ਰਸਤਨ ਗਾਮੀ। ਸਦਾ ਵਾਸਤੇ ਇਹ ਜਿਹੜਾ ਸੀ ਪਰ ਇਸਤਰੀਆਂ ਦੇ ਨਾਲ ਮੋਹ ਰੱਖਦਾ ਸੀ। ਇਹ ਪੁਰ ਵਿਆਹ ਕਰਾਵੈ ਜੋ। ਇਸ ਨਗਰ ਵਿੱਚ ਜਿਹੜਾ ਵੀ ਵਿਆਹ ਕਰਾਉਂਦਾ ਸੀ, ਘਰ ਨਹਿ ਆਨੈ ਤਰੁਣੀ ਸੋ। ਆਪਣੀ ਜਿਹੜੀ ਇਸਤਰੀ ਸੀ ਘਰ ਨਹੀਂ ਸੀ ਪਹਿਲਾਂ ਲੈ ਕੇ ਆਉਂਦੇ। ਪੂਰਬ ਭੂਪਤ ਪਾਸ ਬਿਠਾ ਇਹ ਪਠਾਵਤ। ਰਾਜਾ ਇਹਨਾਂ ਬੇਬਚਾਰੀ ਸੀ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਇਸਤਰੀ ਸੀ ਉਹ ਆਪਣੀ ਰਾਜੇ ਦੇ ਪਾਸ ਲੈ ਕੇ ਪਹੁੰਚਦੇ ਸਨ। ਮਿਲ ਕੇ ਤੇ ਸੋ ਕੇਲ ਕਮਾਵਤ। ਤੇ ਰਾਜਾ ਇਹਨਾਂ ਦੇ ਨਾਲ ਬਹੁਤਾ ਮੋਹ ਕਰਦਾ ਸੀ। ਬਹੁਰ ਸੋ ਆਪਣੇ ਘਰ ਮੈਂ ਲਿਆਵੈ। ਫਿਰ ਆਪਣੀਆਂ ਇਸਤਰੀਆਂ ਘਰ ਨੂੰ ਲੈ ਕੇ ਜਾਂਦੇ ਸਨ। ਕਰੇ ਸਿਉ ਨਿਰਪਤ ਕੇ ਡਰ ਪਾਵੈ। ਇਸ ਤਰ੍ਹਾਂ ਰਾਜੇ ਤੋਂ ਡਰਦਿਆਂ ਹੋਇਆਂ ਸਾਰਿਆਂ ਨੇ ਆਪਣਾ, ਇਹ ਨਗਰ ਦੇ ਲੋਕਾਂ ਨੇ ਨੇਮ ਬਣਾਇਆ ਸੀ। ਇਹ ਕੁਸਮਤ ਦੇਨ ਕੇ ਹੇਤਾ। ਇਸ ਰਾਜੇ ਨੂੰ ਚੰਗੀ ਮੱਤ ਦੇਣ ਵਾਸਤੇ ਅਤੇ ਜਿਹੜੇ ਪ੍ਰਜਾ ਦੇ ਲੋਕ ਰਾਜੇ ਕੋਲੋਂ ਡਰਦੇ ਸਨ, ਇਸ ਕੰਮ ਕਰਕੇ ਦੁਖੀ ਸਨ, ਉਹਨਾਂ ਦਾ ਦੁੱਖ ਕੱਟਣ ਵਾਸਤੇ, ਰਾਜੇ ਨੂੰ ਚੰਗੀ ਮੱਤ ਦੇਣ ਵਾਸਤੇ ਬੈਠ ਗਏ ਬੇਦੀ ਕੁਲ ਕੇਤਾ। ਬੇਦੀਆਂ ਦੇ ਕੁਲ ਦੇ ਨਿਸ਼ਾਨ ਸਤਿਗੁਰੂ ਇਹ ਨਗਰ ਦੇ ਵਿੱਚ ਜਾ ਕੇ ਬੈਠੇ ਨੇ। ਵਹਿਰ ਨਗਰ ਤੇ ਨਰ ਜੇ ਆਏ। ਨਗਰ ਤੋਂ ਬਾਹਰ ਜਿਹੜੇ ਮਨੁੱਖ ਆਏ ਹਨ, ਮਿਲੇ ਚਰਨ ਪਰ ਸੀਸ ਝੁਕਾਏ। ਸਤਿਗੁਰਾਂ ਨੂੰ ਸਾਧੂ ਜਾਣ ਕੇ, ਸੰਤ ਜਾਣ ਕੇ ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਮਿਲੇ ਹਨ। ਸਤਿਗੁਰ ਦੀਏ ਉੱਤਮ ਉਪਦੇਸ਼ਾ। ਸਤਿਗੁਰੂ ਜੀ ਨੇ ਨਗਰ ਦੇ ਲੋਕਾਂ ਨੂੰ ਉੱਤਮ ਉਪਦੇਸ਼ ਦਿੱਤਾ ਹੈ। ਜਪੋ ਨਾਮ ਨਿਤ ਸ੍ਰੀ ਜਗਤੇਸ਼ਾ। ਇਹੋ ਹੀ ਉਪਦੇਸ਼ ਦਿੱਤਾ ਹੈ ਕਿ ਜਗਤ ਦੇ ਮਾਲਕ ਦਾ, ਪ੍ਰਭੂ ਦਾ, ਪਰਮੇਸ਼ਰ ਦਾ ਨਾਮ ਜਪੋ। ਸੁਣ ਕਰ ਮ੍ਰਿਦੁਲ ਬਚਨ ਨਰ ਸਭ ਹੀ। ਸਤਿਗੁਰੂ ਜੀ ਦੇ ਕੋਮਲ ਬਚਨ ਸੁਣ ਕੇ ਸਾਰੇ ਹੀ ਵਸਤਰ ਆਹਾਰ ਲਿਆਵਹਿ ਤਬ ਹੀ। ਬੜੇ ਸੁੰਦਰ ਬਸਤਰ ਅਤੇ ਛਕਣ ਵਾਸਤੇ ਭੋਜਨ ਲੈ ਕੇ ਆਏ ਨੇ। ਸਤਿਗੁਰ ਕਹਤੇ ਲਿਹੇ ਨਾ ਰਾਈ। ਪਰ ਸਤਿਗੁਰੂ ਜੀ ਨੇ ਰਾਈ ਮਾਤਰ ਵੀ ਨਾ ਤੇ ਕਿਸੇ ਤੋਂ ਭੋਜਨ ਲਿਆ ਹੈ, ਨਾ ਕਿਸੇ ਕੋਲੋਂ ਮਹਾਰਾਜ ਜੀ ਨੇ ਬਸਤਰ ਲੈ ਕੇ ਪ੍ਰਵਾਨ ਕੀਤਾ ਹੈ। ਸਰਬ ਵਸਤ ਮੋ ਰਹਿ ਬਰਿਆਈ। ਜੋਰੋ ਜੋਰੀ ਸਤਿਗੁਰੂ ਨੇ ਸਾਰਿਆਂ ਦੀਆਂ ਵਸਤੂਆਂ ਵਾਪਸ ਮੋੜ ਦਿੱਤੀਆਂ ਨੇ। ਕੇਤਿਕ ਦਿਵਸ ਬਤੀਤੇ ਤੈਸੀ। ਇੱਥੇ ਰਹਿੰਦਿਆਂ ਜਦ ਕਿੰਨੇ ਦਿਨ ਬਤੀਤ ਹੋਏ ਹਨ। ਕੀਰਤ ਪਸਰੀ ਪੁਰ ਮਹਿ ਆਸੀ। ਸਤਿਗੁਰੂ ਜੀ ਦਾ ਜਸ ਸਾਰੇ ਨਗਰ ਵਿੱਚ ਫੈਲ ਗਿਆ। ਮਹਾਪੁਰਖ ਪੂਰਨ ਹੈ ਸੰਤਾ। ਇਹ ਨਗਰ ਵਿੱਚ ਜਸ ਫੈਲਿਆ ਹੈ ਕਿ ਪੂਰਨ ਮਹਾਪੁਰਖ, ਪੂਰਨ ਸੰਤ
ਸੰਤ। ਅਪਰ ਨ ਜਾਣੈ ਬਿਨ ਭਗਵੰਤਾ। ਇੱਕ ਭਗਵੰਤ ਤੋਂ ਬਿਨਾ, ਅਕਾਲ ਪੁਰਖ ਤੋਂ ਬਿਨਾ ਉਹ ਕਿਸੇ ਨੂੰ ਨਹੀਂ ਜਾਣਦੇ। ਕਾਮ ਨ ਕ੍ਰੋਧ ਨ ਲੋਭ ਨ ਰਾਈ। ਜਿਨ੍ਹਾਂ ਸੰਤਾਂ ਦੇ ਅੰਦਰ ਰਾਈ ਮਾਤਰ ਵੀ ਕਾਮ ਕ੍ਰੋਧ ਲੋਭ ਨਹੀਂ ਹੈ। ਵੇ ਪ੍ਰਵਾਹੁ ਗਿਰਾ ਸੁਖਦਾਈ। ਸਦਾ ਬੇਪਰਵਾਹ ਹਨ ਤੇ ਜਿਨ੍ਹਾਂ ਦੀ ਬਾਣੀ, ਜਿਨ੍ਹਾਂ ਦਾ ਉਪਦੇਸ਼ ਮਨ ਨੂੰ ਸੁਖ ਦੇਣ ਵਾਲਾ ਹੈ। ਭੂਪਤ ਨਿਕਟ ਜਾਏ ਜਸ ਵਰਨਾ। ਜਦੋਂ ਨਗਰ ਦੇ ਲੋਕਾਂ ਨੇ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ, ਸਤਿਗੁਰਾਂ ਦੀ ਉਪਮਾ ਨੂੰ ਜਾਣਿਆ, ਨਗਰ ਵਿੱਚ ਜਸ ਫੈਲਿਆ ਤੇ ਕੁਝ ਮਨੁੱਖਾਂ ਨੇ ਜਾ ਕੇ ਨਗਰ ਦੇ ਰਾਜੇ ਪਾਸੇ ਗੱਲ ਦੱਸੀ ਹੈ। ਵਹਿਰ ਸੰਤ ਇੱਕ ਸ਼ੁਭ ਆਚਰਣਾ। ਕਹਿਣ ਲੱਗੇ, ਰਾਜਨ, ਨਗਰ ਤੋਂ ਬਾਰ-ਬਾਰ ਇੱਕ ਸ਼ੁਭ ਆਚਰਨ ਵਾਲੇ, ਚੰਗੇ ਜੀਵਨ ਵਾਲੇ, ਕਮਾਈ ਵਾਲੇ ਸੰਤ ਆਏ ਹਨ। ਦਰਸ਼ਨ ਕਰੋ ਆਪ ਚਲ ਤਾਹੀ। ਆਪ ਵੀ ਚੱਲੋ ਤੇ ਚੱਲ ਕੇ ਉਹਨਾਂ ਸੰਤਾਂ ਦੇ ਦਰਸ਼ਨ ਕਰੋ। ਸੁਣਤ ਬਚਨ ਕਲ ਮਲ ਮਿਟ ਜਾਹੀ। ਜਿਨ੍ਹਾਂ ਦੇ ਕੀਮਤੀ ਬਚਨ ਸੁਣਿਆ, ਜਿਨ੍ਹਾਂ ਦੇ ਉਪਦੇਸ਼ ਨੂੰ ਸੁਣਿਆ, ਪਾਪ ਦੂਰ ਹੋ ਜਾਂਦੇ ਨੇ। ਨਰਨ ਪ੍ਰਬੋਧਿਓ ਨਰਪਤੇ ਆਇਓ। ਤੇ ਜਦੋਂ ਮਨੁੱਖਾਂ ਨੇ ਰਾਜੇ ਨੂੰ ਸਮਝਾਇਆ ਤੇ ਇਹਨਾਂ ਦੇ ਕਿਹਾ ਹੋਈਆਂ ਗੱਲਾਂ ਜਿਹੜੀਆਂ ਸੀ ਰਾਜੇ ਦੇ ਹਿਰਦੇ 'ਚ ਘਰ ਘਰ ਗਈਆਂ ਤੇ ਮੰਨ ਗਿਆ। ਵਸਤਰ ਆਹਾਰ ਉਪਾਏ ਨ ਲਿਆਇਓ। ਸਤਿਗੁਰੂ ਜੀ ਨੂੰ ਭੇਟ ਕਰਨ ਵਾਸਤੇ ਰਾਜੇ ਨੇ ਕੀਮਤੀ ਵਸਤਰ ਤੇ ਭੇਟਾਵਾਂ ਲਈਆਂ ਨੇ। ਆਣ ਚਰਨ ਪਰ ਬੰਦਨ ਕਰਕੇ। ਆ ਕੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਕਰੀ ਬਿਨੈ ਬਚ ਦੀਨ ਉਚਰਕੈ। ਬੜੇ ਦੀਨ ਹੋ ਕੇ, ਨਿਮਾਣੇ ਹੋ ਕੇ, ਨਿਮਰਤਾ ਵਿੱਚ ਰਾਜਾ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ। ਕਰੋ ਉਪਾਏ ਅੰਗੀਕਾਰ। ਕਹਿਣ ਲੱਗਾ, ਸੰਤ ਜੀ, ਜਿਹੜੀ ਭੇਟਾ ਮੈਂ ਲੈ ਕੇ ਆਇਆ, ਆਪ ਕਿਰਪਾ ਕਰੋ ਇਹ ਪ੍ਰਵਾਨ ਕਰ ਲਓ। ਰੁਚ ਸੋ ਖਾਵੋ ਰੁਚਰੇ ਆਹਾਰਾ। ਆਪਣੀ ਇੱਛਾ ਅਨੁਸਾਰ ਜਿਹੜਾ ਚੰਗਾ ਭੋਜਨ ਲੈ ਕੇ ਆਇਆ, ਆਪ ਛਕ ਲਓ। ਸੁੰਦਰ ਪਹਿਰੋ ਚੀਰ ਸਰੀਰਾ। ਬੜੇ ਸੋਹਣੇ ਕੀਮਤੀ ਵਸਤਰ ਲੈ ਕੇ ਆਇਆ ਤੇ ਆਪਣੇ ਤਨ ਦੇ ਉੱਤੇ ਸੋਹਣੇ ਵਸਤਰ ਧਾਰਨ ਕਰ ਲਓ। ਸੰਤੋ ਰੂਪ ਤੁਮ ਗੁਣੀ ਗਹੀਰਾ। ਆਪ ਜੀ ਪੂਰਨ ਸੰਤ ਹੋ, ਗੁਣਾਂ ਦੇ ਸਾਗਰ ਹੋ। ਦੋਹਰਾ ਗੁਰ ਕਹੈ ਹਮਰੇ ਕਾਜੁ ਨਹਿ। ਇਹ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਰਾਜਨ, ਆ ਜਿਹੜੀਆਂ ਵਸਤੂਆਂ ਤੂੰ ਲੈ ਕੇ ਆਇਆ ਹੈ ਨਾ, ਇਹ ਸਾਡੇ ਕਿਸੇ ਕੰਮ ਨਹੀਂ ਹਨ। ਦੇਹੋ ਗਰੀਬਨ ਜਾਏ। ਇਹ ਸਾਰਾ ਕੁਝ ਜਾ ਕੇ ਗਰੀਬਾਂ ਦੇ ਤਾਈਂ ਵੰਡ। ਤ੍ਰਿਪਤ ਸਰਬ ਵਸਤੂ ਨ ਸੋ। ਅਸੀਂ ਹਰ ਤਰ੍ਹਾਂ ਕਰਕੇ ਰੱਜੇ ਹੋਏ ਆ, ਸਾਨੂੰ ਕਿਸੇ ਵਸਤੂ ਦੀ, ਕਿਸੇ ਸਾਜੋ ਸਮੱਗਰੀ ਦੀ ਲੋੜ ਨਹੀਂ ਹੈ। ਹਮਕੋ ਚਾਹੇ ਨਾ ਕਾਏ। ਸਾਨੂੰ ਕੋਈ ਵੀ ਵਸਤੂ ਨਹੀਂ ਚਾਹੀਦੀ। ਚਾਉ ਪਈ ਸਰਦਾ ਉਰ ਤਰ ਜੋਰੇ ਹਾਥਾ। ਮਨ ਵਿੱਚ ਪੂਰਨ ਸ਼ਰਧਾ ਰੱਖ ਕੇ ਰਾਜੇ ਨੇ ਦੋਵੇਂ ਹੱਥ ਜੋੜ ਲਏ। ਬੋਲਿਓ ਬਚਨ ਬਹੁਰ ਨਰ ਨਾਥਾ। ਫਿਰ ਇਹ ਰਾਜਾ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ, ਸੰਤ ਤੁਮੈ ਪਰਵਾਹੇ ਨਾ ਕੋਈ। ਐ ਸੰਤ ਜੀ, ਤੁਸੀਂ ਬੇਪਰਵਾਹ ਹੋ। ਮੇਰੋ ਇਸ ਬਿਦ ਭਲਾ ਨਾ ਹੋਈ। ਤੇ ਜਿੰਨਾ ਚਿਰ ਆਪ ਜੀ ਕੋਈ ਮੇਰੀ ਭੇਟਾ ਲਿਆਂਦੀ ਪ੍ਰਵਾਨ ਨਹੀਂ ਨਾ ਕਰਦੇ, ਉਹਨਾਂ ਚਿਰ ਮੇਰਾ ਭਲਾ ਕਿਸ ਤਰ੍ਹਾਂ ਹੋਵੇਗਾ। ਸੰਤ ਸਦੀਵ ਸਰਬ ਉਪਕਾਰੀ। ਮਹਾਰਾਜ, ਜਿਹੜੇ ਸੰਤ ਹੁੰਦੇ ਨੇ ਉਹ ਤਾਂ ਸਦਾ ਹੀ ਉਪਕਾਰੀ ਹੁੰਦੇ ਨੇ। ਕਰੋ ਭਲਾ ਲਿਓ ਭੇਟ ਹਮਾਰੀ। ਆਪ ਕਿਰਪਾ ਕਰੋ, ਮੇਰੀ ਭੇਟਾ ਪ੍ਰਵਾਨ ਕਰ ਲੋ, ਜਿਹਦੇ ਨਾਲ ਮੇਰਾ ਭਲਾ ਹੋ ਜਾਵੇ। ਰਾਵਰ ਸ਼ਰਨ ਪਰਿਓ ਮੈਂ ਆਈ। ਮਹਾਰਾਜ, ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਆ ਕੇ ਪਿਆ ਹਾਂ। ਸੁਣੀ ਸ਼੍ਰੋਣ ਮਹਿ ਅਧਿਕ ਬੜਾਈ। ਜਦੋਂ ਸਤਿਗੁਰਾਂ ਨੇ ਨਿਮਰਤਾ ਵਿੱਚ ਆਏ ਹੋਏ ਰਾਜੇ ਦੀ ਸ਼ਰਧਾ ਭਰੀ ਇਹ ਬੋਲੀ ਸੁਣੀ ਹੈ, ਇਹ ਬਚਨ ਸੁਣੇ ਹਨ ਕੰਨਾਂ ਦੇ ਨਾਲ। ਕਿਰਪਾ ਧਾਰ ਗੁਰ ਕਹਿਓ ਬਹੋਰੀ। ਮਹਾਰਾਜ ਕਿਰਪਾ ਦੇ ਘਰ ਸਤਿਗੁਰੂ, ਕਿਰਪਾਲੂ ਸਤਿਗੁਰੂ ਰਾਜੇ ਨੂੰ ਕਹਿਣ ਲੱਗੇ, ਕਰਨ ਭਲਾ ਨਿਜ ਚਾਹੇ ਜੇ ਤੋਰੀ। ਗੁਰਦੇਵ ਕਹਿੰਦੇ ਕਿ ਜੇ ਤੂੰ ਰਾਜਾ ਚਾਹੁੰਦਾ ਹੈ ਨਾ ਕਿ ਤੇਰਾ ਭਲਾ ਹੋਵੇ, ਤੇ ਆ ਜਿਹੜੀ ਕੀਮਤੀ ਭੇਟਾਵਾਂ ਲਿਆਇਆ, ਵਸਤੂਆਂ ਲਿਆਇਆ ਦਾਨ ਕਰਨ ਵਾਸਤੇ, ਭੇਟਾ ਕਰਨ ਵਾਸਤੇ, ਤੇ ਤੂੰ ਸੋਚਦਾ ਹੈ ਕਿ ਦਾਨ ਪੁੰਨ ਕਰਨ ਨਾਲ, ਕੁਝ ਭੇਟਾ ਕਰਨ ਨਾਲ ਮੇਰਾ ਭਲਾ ਹੋ ਜਾਵੇਗਾ, ਤੇ ਜੇ ਚਾਹੁੰਦਾ ਹੈ ਕਿ ਮੇਰਾ ਭਲਾ ਹੋਵੇ, ਮੇਰਾ ਉਦਾਰ ਹੋਵੇ, ਤੇ ਸਾਡਾ ਇਹ ਬਚਨ ਸੁਣ। ਤਜ ਵਿਚਾਰ ਜੋ ਪਾਪ ਕਮਾਵਤ। ਪਹਿਲਾਂ ਜਿਹੜੇ ਵਿਚਾਰ ਤੂੰ ਕਰਦਾ ਹੈ ਨਾ, ਜਿਹੜੇ ਪਾਪ ਤੂੰ ਕਰ ਰਿਹਾ ਹੈ, ਉਹਨਾਂ ਪਾਪਾਂ ਨੂੰ ਤਿਆਗਣਾ ਕਰ। ਨਿਤ ਪਰ ਤ੍ਰਿਏ ਸੁਕੇਲ ਰਚਾਵਤ। ਹਰ ਰੋਜ਼ ਪਰ ਇਸਤਰੀਆਂ ਦੇ ਵਿੱਚ ਮੋਹ ਰੱਖਦਾ ਹੈ। ਜੇ ਤੂੰ ਤਜਹਿ ਮਾਨ ਬਚ ਹਮਰਾ। ਜੇ ਤੂੰ ਇਹ ਵਿਚਾਰ ਤਿਆਗ ਦਵੇਂ, ਸਾਡਾ ਬਚਨ ਮੰਨ ਲਵੇਂ, ਸਰਬ ਪ੍ਰਕਾਰ ਭਲਾ ਹੋਇਆ ਤੁਮਰਾ। ਹਰ ਤਰ੍ਹਾਂ ਕਰਕੇ ਤੇਰਾ ਭਲਾ ਹੋਵੇਗਾ। ਅਪਰ ਪਦਾਰਥ ਕੀ ਜੇ ਚਾਹੀ। ਜੇ ਹੋਰ ਕਿਸੇ ਵਸਤੂ ਦੀ ਤੈਨੂੰ ਇੱਛਾ ਹੈ, ਲੋੜ ਹੈ, ਤਾਂ ਸੋ ਦੁਆਏ ਦੇਵ ਪ੍ਰਭ ਪਾਹੀ। ਤੇ ਮਹਾਰਾਜ ਕਹਿੰਦੇ ਨੇ ਉਹ ਵੀ ਪ੍ਰਭੂ ਕੋਲੋਂ, ਪਰਮੇਸ਼ਰ ਪਾਸੋਂ ਤੈਨੂੰ ਦੁਆ ਦੇਵਾਂਗੇ। ਕਦੋਂ? ਜਦੋਂ ਸਾਡਾ ਬਚਨ ਮੰਨੇ, ਪਾਪ ਕਰਮ ਤਿਆਗ ਦਵੇਂ, ਜੇ ਸਾਡੀ ਆਗਿਆ 'ਚ ਰਵੇਂਗਾ
ਤੇ ਜੇ ਕਿਸੇ ਹੋਰ ਵਸਤੂ ਦੀ ਲੋੜ ਹੋਵੇਗੀ ਤੇ ਉਹ ਵੀ ਪ੍ਰਭੂ ਪਾਸੋਂ ਤੈਨੂੰ ਦਵਾ ਦਵਾਂਗੇ। ਸੁਨ ਕਰ ਭੂਪਤ ਸ਼ਰਦ ਬੜਾਏ, ਸਤਿਗੁਰਾਂ ਦੇ ਬਚਨ ਸੁਣ ਕੇ ਦੇ ਭਾਗ ਜਾਗੇ ਨੇ। ਮਾਲਕ ਦੀ ਐਸੀ ਮਿਹਰ ਦੀ ਦ੍ਰਿਸ਼ਟੀ ਹੋਈ ਹੈ ਕਿ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਇਹਨੂੰ ਪੂਰਨ ਸ਼ਰਧਾ ਵੱਜ ਗਈ ਸਿੱਖ ਹੋਣ ਕੇ ਗਿਰਾ ਅਲਾਏ, ਅਤੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮੈਨੂੰ ਆਪਣੇ ਸਿੱਖ ਬਣਾ ਲਓ। ਮਨ ਚੰਚਲ ਵਿਸ਼ੇਨ ਲਪਟਾਵਾ, ਮਹਾਰਾਜ ਮੇਰਾ ਮਨ ਬੜਾ ਚੰਚਲ ਹੈ ਤੇ ਵਿਸ਼ਿਆਂ ਦੇ ਵਿੱਚ ਵਿਕਾਰਾਂ ਦੇ ਵਿੱਚ ਲੋਭੀ ਹੋਇਆ ਫਿਰਦਾ ਹੈ। ਤੀਏ ਰਸ ਤੇ ਕਬ ਨਾਹਿ ਤ੍ਰਿਪਤਾਵਾ, ਇਹ ਪਰ ਇਸਤਰੀਆਂ ਦੇ ਵਿੱਚ ਮੋਹ ਕਰਨ ਦੇ ਵਿੱਚੋਂ ਰੱਜਦਾ ਨਹੀਂ ਹੈ। ਨਿਤ ਪ੍ਰਤ ਲਾਲਸ ਬਦੈ ਬਧੇਰੀ, ਨਿਤਾ ਪ੍ਰਤੀ ਹਰ ਰੋਜ਼ ਇਹ ਮੇਰੀ ਲਾਲਸਾ ਇੱਛਾ ਵੱਧ ਰਹੀ ਹੈ। ਜਿਉ ਈਦਨ ਤੇ ਅਗਨ ਕਨੇਰੇ, ਇਸ ਤਰ੍ਹਾਂ ਵੱਧ ਰਹੀ ਹੈ ਜਿਸ ਤਰ੍ਹਾਂ ਲੱਕੜਾਂ ਪਾਇਆ ਅੱਗ ਵੱਧਦੀ ਹੈ ਨਾ, ਇਸੇ ਤਰ੍ਹਾਂ ਜਿਹੜੀ ਵਿਸ਼ਿਆਂ ਦੀ ਅਗਨ ਹੈ ਅੰਦਰ ਵੱਧ ਰਹੀ ਹੈ। ਬੰਦਾ ਸੋਚਦਾ ਹੈ ਕਿ ਵਿਭਚਾਰ ਕਰਮ ਕਰਦਿਆਂ ਕਰਦਿਆਂ ਕਦੇ ਤਾਂ ਰੱਜ ਹੋਵੇਗਾ, ਪਰ ਇਹ ਤਾਂ ਇਸ ਤਰ੍ਹਾਂ ਦੀ ਅੱਗ ਹੈ ਕਿ ਤ੍ਰਿਸ਼ਨਾ ਇੱਕ ਐਸਾ ਖੂਹ ਹੈ ਕਿ ਜਿੰਨਾ ਮਰਜ਼ੀ ਇਹਦੇ ਵਿੱਚ ਪਾਣੀ ਪਾਈ ਜਾਵੋ ਕਦੇ ਖੂਹ ਭਰਦਾ ਨਹੀਂ। ਅੱਗ ਦੇ ਵਿੱਚ ਜਿੰਨੀ ਮਰਜ਼ੀ ਲੱਕੜਾਂ ਸੁੱਟੀ ਜਾਵੋ ਕਦੇ ਅੱਗ ਜਿਹੜੀ ਹੈ ਉਹ ਰੱਜਦੀ ਨਹੀਂ। ਇਸੇ ਤਰ੍ਹਾਂ ਇਹ ਕਹਿਣ ਲੱਗਾ ਕਿ ਮਹਾਰਾਜ ਮੈਂ ਤ੍ਰਿਸ਼ਨਾ ਦੇ ਵਿੱਚ ਡੁੱਬਦਾ ਜਾ ਰਿਹਾ, ਇਸ ਤਰ੍ਹਾਂ ਡੁੱਬਦਾ ਜਾ ਰਿਹਾ ਜਿਸ ਤਰ੍ਹਾਂ ਲੱਕੜਾਂ ਪਾਉਣ ਦੇ ਨਾਲ ਅੱਗ ਵੱਧਦੀ ਹੈ। ਨਿਜ ਉਪਦੇਸ਼ ਸੁਨਾਏ ਵਿਸਾਲਾ, ਮਹਾਰਾਜ ਆਪ ਕਿਰਪਾ ਕਰੋ, ਆਪ ਪੂਰਨ ਸੰਤ ਹੋ, ਰਹਿਮਤ ਕਰੋ ਮੇਰੇ ਤੇ, ਤਰਸ ਕਰੋ, ਮੇਰਾ ਵੀ ਜਿਹਦੇ ਨਾਲ ਉਦਾਰ ਹੋ ਜਾਵੇ, ਆਪਣਾ ਕਿਰਪਾ ਕਰਕੇ ਐਸਾ ਉਪਦੇਸ਼ ਦਵੋ। ਮਮ ਮਨ ਮੋਰ ਹੋ ਗੁਰੂ ਕਿਰਪਾਲਾ, ਆਪ ਕਿਰਪਾਲੂ ਹੋ ਨਾ। ਤੇ ਮਹਾਰਾਜ ਸੰਤ ਜੀ ਮੇਰਾ ਮਨ ਤੇ ਜਿਹੜਾ ਹੈ ਉਹ ਲੋਭੀ ਹੋਇਆ ਫਿਰਦਾ ਵਿਸ਼ਿਆਂ ਦੇ ਵਿੱਚ, ਤੇ ਆਪ ਕਿਰਪਾ ਕਰਕੇ ਰਹਿਮਤ ਕਰਕੇ ਤਰਸ ਕਰਕੇ ਮੇਰੇ ਮਨ ਨੂੰ ਮੋੜ ਦਿਓ, ਕਿਉਂਕਿ ਮਨ ਇੰਨਾ ਚੰਚਲ ਹੈ। ਪਾਰੇ ਦੀ ਤਰ੍ਹਾਂ ਹੱਥ ਵਿੱਚ ਰੱਖਿਆ ਦੱਬਣ ਦਾ ਯਤਨ ਕਰੀਏ, ਪਾਰਾ ਦਬਾਇਆ ਨਹੀਂ ਜਾਂਦਾ। ਇਸ ਤਰ੍ਹਾਂ ਮਨ ਵਸ ਵਿੱਚ ਆਉਣ ਵਾਲਾ ਨਹੀਂ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਦੀ ਕਿਰਪਾ ਹੋਏ, ਪ੍ਰਭੂ ਦੀ ਕਿਰਪਾ ਹੋਏ ਤਾਂ ਮਨ ਵਸ ਵਿੱਚ ਆ ਸਕਦਾ ਹੈ। ਫਿਰ ਮਨ ਵਸ ਵਿੱਚ ਕਰਨ ਵਾਸਤੇ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਗੁਰੂ ਕਿਰਪਾ ਕਰਨ, ਰਹਿਮਤ ਕਰਨ, ਤਰਸ ਕਰਨ ਤੇ ਇਹ ਮਨ ਜਿਹੜਾ ਇਹ ਵਸ ਵਿੱਚ ਆ ਜਾਵੇ। ਤੇ ਇਸੇ ਤਰ੍ਹਾਂ ਸੰਗਤ ਕਰਨ ਦੇ ਨਾਲ, ਸੇਵਾ ਕਰਨ ਨਾਲ, ਸਿਮਰਨ ਕਰਨ ਦੇ ਨਾਲ, ਤੇ ਫਿਰ ਸਾਰਾ ਕੁਝ ਕਰਨ ਤੋਂ ਬਾਅਦ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਦੇ ਨਾਲ ਇਹ ਜਿਹੜਾ ਚੰਚਲ ਮਨ ਟਿਕਾ ਦੇ ਵਿੱਚ ਆਉਂਦਾ ਹੈ। ਇਹ ਕਹਿਣ ਲੱਗਾ ਮਹਾਰਾਜ ਆਪ ਕਿਰਪਾ ਕਰੋ ਤੇ ਮੇਰਾ ਚੰਚਲ ਮਨ ਟਿਕ ਜਾਵੇ। ਸੁਣ ਕੇ ਦੀਨ ਬਾਂਦੇ ਅਸ ਬਚਨਾ, ਜਦੋਂ ਇਹਨੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ, ਮਹਾਰਾਜ ਜੀ ਨੇ ਇਸ ਦੀ ਬੇਨਤੀ ਨੂੰ ਸੁਣਿਆ ਹੈ। ਬੋਲੇ ਤੀਏ ਵਿਰਾਗ ਕੀ ਰਚਨਾ, ਹੁਣ ਸਤਿਗੁਰੂ ਜੀ ਮਨ ਨੂੰ ਵਿਰਾਗ ਦੇਣ ਵਾਸਤੇ ਬਿਨ ਬੈਰਾਗ ਨ ਛੂਟਸ ਮਾਇਆ, ਤੇ ਮਾਇਆ ਕੀ ਹੈ? ਇਹ ਮਾਇਆ ਜਿਤ ਹਰ ਵਿਸਰੈ, ਜਿਹਨੂੰ ਦੇਖ ਕੇ ਪ੍ਰਭੂ ਦੀ ਯਾਦ ਭੁੱਲ ਜਾਵੇ। ਤੇ ਗੁਰਦੇਵ ਗੁਰੂ ਦੀ ਉਪਦੇਸ਼ ਤੋਂ ਬਿਨਾ ਇਹ ਮਨ ਬੈਰਾਗੀ ਨਹੀਂ ਹੁੰਦਾ, ਤੇ ਮਨ ਵਿੱਚ ਬੈਰਾਗ ਆਉਣ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇਹਨੂੰ ਨਿਮਰਤਾ ਵਿੱਚ ਆਇਆ ਜਾਣ ਕੇ ਇਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਜੀ ਮਹਾਰਾਜ ਬੈਰਾਗ ਵਾਲਾ ਉਪਦੇਸ਼ ਦੇਣ ਲੱਗੇ ਹਨ। ਓ ਨਿਪ ਤੀਏ ਮੈਂ ਕੋ ਵਥ ਨੇਕੀ, ਸਤਿਗੁਰੂ ਜੀ ਕਹਿਣ ਲੱਗੇ ਐ ਰਾਜਨ ਸੁਣ, ਕਿਉਂਕਿ ਹੁਣ ਅਧਿਕਾਰੀ ਬਣ ਗਿਆ ਨਾ ਮਨ, ਮਹਾਰਾਜ ਦੀ ਕਿਰਪਾ ਹੋ ਗਈ। ਜਿੰਨਾ ਚਿਰ ਅਧਿਕਾਰੀ ਨਾ ਬਣੇ ਉਹਨਾਂ ਚਿਰ ਉਪਦੇਸ਼ ਨੂੰ ਗ੍ਰਹਿਣ ਕਰਨ ਦੀ ਤਾਂ ਗੱਲ ਦੂਰ ਦੀ, ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ। ਜੇ ਗੁਰੂ ਦੀ ਕਿਰਪਾ ਹੋਵੇ ਤੇ ਆਪੇ ਸੰਗਤ ਸੱਦ ਬਹਾਲ ਹੈ, ਫਿਰ ਸਤਿਗੁਰੂ ਆਪ ਹੀ ਸੰਗਤ ਵਿੱਚ ਬਿਠਾ ਕੇ ਉਪਦੇਸ਼ ਦੀ ਵਰਖਾ ਕਰਦੇ ਨੇ, ਤੇ ਫਿਰ ਜਿਹੜਾ ਮਨ ਹੈ ਇਹਦੇ ਵਿੱਚ ਉਪਦੇਸ਼ ਘਰ ਕਰ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਰਾਜਨ ਸੁਣ, ਜਿਹਦੇ ਵਿੱਚ ਤੂੰ ਮੋਹ ਕਰਦਾ ਹੈ ਨਾ ਪਰਾਏ ਸਰੀਰਾਂ ਦੇ ਵਿੱਚ, ਤੇ ਇਹ ਦੇਖਣਾ ਕਰ ਕੇ ਪਰਾਏ ਸਰੀਰਾਂ ਦੇ ਵਿੱਚ ਕਿਹੜੀ ਵਸਤੂ ਚੰਗੀ ਹੈ। ਜਿਸੇ ਵ ਲੋਕ ਪ੍ਰੀਤ ਹੈ ਜੀ ਕੀ, ਜਿਸ ਨੂੰ ਵੇਖ ਕਰਕੇ ਤੇਰਾ ਮਨ ਪ੍ਰੇਮੀ ਹੁੰਦਾ ਹੈ। ਜੇ ਲੋਚਨ ਕਹਿ ਕਮਲ ਸਮਾਨਾ, ਜੇ ਅੱਖਾਂ ਦੇ ਨਾਲ ਤੂੰ ਪਿਆਰ ਕਰਦਾ ਹੈ, ਪਰਾਏ ਨੇਤਰ ਦੇਖ ਕੇ ਕਹਿਣਾ ਹੈ ਕਿ ਫਲਾਣੇ ਦੇ ਨੇਤਰ ਬੜੇ ਸੋਹਣੇ ਨੇ, ਕਮਲ ਵਰਗੇ ਹਨ। ਗੀੜ ਬਹਿਤ ਜਿਹੇ ਪਿਖਨੰਗ ਲਾਨਾ, ਤੇ ਅੱਖਾਂ ਦੇ ਵਿੱਚ ਤਾਂ ਬਹੁਤੀ ਗੇੜੀ ਭਰ ਜਾਂਦੀ ਹੈ, ਤੇ ਜਿਹਨੂੰ ਦੇਖ ਕਰਕੇ ਫਿਰ ਮਨ ਵਿੱਚ ਗਿਰਾਨੀ ਆਉਂਦੀ ਹੈ। ਹੋਰ ਬਿਲੋਕੈ ਜੇ ਤਿਨ ਮਾਹੇ, ਤੇ ਜੇ ਕਹਿੰਦੇ ਹੋ ਕਿ ਅੱਖਾਂ ਬੜੀਆਂ ਚੰਚਲ ਹਨ, ਤੇ ਮਹਾਰਾਜ ਕਹਿੰਦੇ ਉਹਨਾਂ ਬਾਰੇ ਵੀ ਸੁਣਨਾ ਕਰੋ। ਮਿਜ ਨੀਰ ਬਿਨ ਔਰ ਸੁਨਾਹੇ, ਇਹ ਅੱਖਾਂ ਦੇ ਵਿੱਚ ਮਿਜ ਹੈ,
ਤੇ ਨੀਰ ਪਾਣੀ ਹੈ ਤੇ ਉਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ। ਅਪਰ ਅੰਗ ਤਿਨ ਰੀਤ ਸੁਨੀਜਾ, ਹੋਰ ਜਿਹੜੇ ਅੰਗ ਨੇ ਨਾ ਸਰੀਰ ਦੇ ਉਹਨਾਂ ਬਾਰੇ ਵੀ ਸੁਣਨਾ ਕਰ। ਚੰਦ ਸਰਸ ਕੋ ਬਦਨ ਕਹੀਜਾ, ਜੇ ਪਰਾਇਆ ਰੂਪ ਦੇਖ ਕੇ ਕਹਿੰਦੇ ਹੋ ਕਿ ਚੰਦ ਵਰਗਾ ਮੁਖੜਾ ਬਹੁਤ ਸੁੰਦਰ ਹੈ, ਚਰਬੀ ਰਕਤ ਲਪੇਟਿਓ ਚਾਮਾ, ਤੇ ਇਸ ਵਿੱਚ ਚਰਬੀ ਹੈ, ਲਹੂ ਹੈ। ਚਰਬੀ ਤੇ ਲਹੂ ਦੇ ਉੱਤੇ ਚੰਮ ਜਿਹੜਾ ਹੈ ਉਹ ਲੱਗਾ ਹੋਇਆ ਹੈ, ਮਾਸ ਦੇ ਨਾਲ ਹੀ ਢੱਕਿਆ ਹੋਇਆ ਹੈ ਮੁਖ। ਤੇ ਜੇ ਮੁਖ ਦੇ ਨਾਲ, ਰੂਪ ਦੇ ਨਾਲ, ਕਿਸੇ ਦੇ ਮੂੰਹ ਦੇ ਨਾਲ ਪ੍ਰੀਤੀ ਪ੍ਰੇਮ ਪੈ ਜਾਂਦਾ ਹੈ, ਤੇ ਦੇਖੋ ਮੂੰਹ ਦੇ ਅੰਦਰ ਹੈ ਕਿ ਮਿੱਝ ਤੋਂ ਸਿਵਾ, ਲਹੂ ਤੋਂ ਸਿਵਾ ਹੋਰ ਕੀ ਹੈ? ਬਸ ਮਾਸ ਦੇ ਨਾਲ ਇਹ ਮੁਖ ਢਕਿਆ ਹੋਇਆ ਹੈ। ਗੌਰ ਰੰਗ ਭਿਖਿਅਤ ਅਬਿਰਾਮਾ, ਬਸ ਗੋਰਾ ਰੰਗ ਦੇਖ ਕਰਕੇ ਮੁਖ ਸੁੰਦਰ ਲੱਗਦਾ ਹੈ। ਇਨ ਵਸਤੁਨ ਬਿਨ ਹੋਏ ਨਾ ਆਨਾ, ਮਿੱਝ ਤੋਂ ਬਿਨਾ, ਲਹੂ ਤੋਂ ਬਿਨਾ ਹੋਰ ਮੁਖ ਦੇ ਵਿੱਚ ਇਹਦੇ ਅੰਦਰ ਕੁਝ ਨਹੀਂ ਹੈ। ਜਿਨਹਿ ਬਿਲੋਕੇ ਆਏ ਗਿਲਾਨਾ, ਜਦੋਂ ਮਿੱਝ ਦੇਖਿਆ ਜਾਵੇ, ਲਹੂ ਦੇਖਿਆ ਜਾਵੇ ਤੇ ਦੇਖ ਕਰਕੇ ਮਨ ਨੂੰ ਗਲਾਨੀ ਆਉਣ ਲੱਗ ਪੈਂਦੀ ਹੈ। ਜੇ ਦਾਤ ਕਹਿ ਕਲੀ ਸਮਾਨੇ, ਜੇ ਤੈਨੂੰ ਦੰਦ ਸੋਹਣੇ ਲੱਗਦੇ ਨੇ ਕਿ ਬੜੇ ਸੁੰਦਰ ਦੰਦ ਹਨ, ਕਲੀਆਂ ਵਰਗੇ ਬੜੇ ਸੁੰਦਰ ਦਿਸਦੇ ਹਨ, ਮਾਸ ਬਿਨਾ ਲਿਹੋ ਹਾੜ ਪਛਾਨੇ, ਬਸ ਇਹਨਾਂ ਨੂੰ ਜਾਣ ਲਓ ਕਿ ਮਾਸ ਤੋਂ ਬਿਨਾ ਇਹ ਹੱਡੀਆਂ ਨੇ, ਹੋਰ ਇਸ ਤੋਂ ਵੱਧ ਕੁਝ ਨਹੀਂ ਹਨ। ਮੁਖ ਤੇ ਟੂਟ ਜਾਹੇ ਜੇ ਸੋਊ, ਜਦ ਮੂੰਹ ਦੇ ਵਿੱਚੋਂ ਦੰਦ ਟੁੱਟ ਜਾਣ, ਨਿਕਲ ਜਾਣ, ਚਾਹਤ ਹਾਥ ਨਾ ਛੁਆਇਓ ਕੋ, ਚਾਹੁੰਦਿਆਂ ਹੋਇਆਂ ਵੀ ਫਿਰ ਉਹ ਰੂਪ ਨੂੰ ਕੋਈ ਹੱਥ ਲਾਉਣਾ ਪਸੰਦ ਨਹੀਂ ਕਰਦਾ। ਜੇ ਮੁਖੜਾ ਬੜਾ ਸੋਹਣਾ ਦਿਸਦਾ ਏ ਤੇ ਬੜੇ ਸੁੰਦਰ ਦੰਦ ਦਿਸਦੇ ਨੇ, ਇਹ ਹੈ ਕੀ ਨੇ? ਹੱਡੀਆਂ ਤੋਂ, ਮਾਸ ਤੋਂ ਬਿਨਾਂ ਹੱਡੀ ਹੈ। ਜੇ ਦੰਦ ਹੀ ਬਾਹਰ ਨਿਕਲ ਜਾਣ ਜਾਂ ਟੁੱਟੇ ਹੋਣ ਤੇ ਜਿੰਨਾ ਮਰਜ਼ੀ ਬੰਦਾ ਰੂਪ ਚਾਹੇ, ਪਰ ਟੁੱਟੇ ਦੰਦ ਦੇਖ ਕਰਕੇ ਹੱਥ ਲਾਉਣ ਨੂੰ ਵੀ ਉਹਦਾ ਚਿੱਤ ਨਹੀਂ ਕਰਦਾ। ਇਸੀ ਪ੍ਰਕਾਰ ਦੇਹ ਲਖ ਸਾਰੀ, ਇਸੇ ਤਰ੍ਹਾਂ ਜਿਹੜੀ ਸਾਰੀ ਦੇਹ ਹੈ ਜਿਹਦੇ ਨਾਲ ਤੂੰ ਮੋਹ ਕਰਦਾ ਹੈ, ਸੁਣ। ਹਾੜ ਮਾਸ ਹੈ ਰਕਤ ਮਝਾਰੀ, ਬਸ ਇਹ ਸਾਰੇ ਸਰੀਰ ਦੇ ਵਿੱਚ ਹੱਡੀਆਂ ਨੇ, ਮਾਸ ਹੈ, ਲਹੂ ਹੈ, ਵਿਸ਼ਟਾ ਮੂਤਰ ਜੁਗਤ ਦੁਰਗੰਧੀ, ਵਿਸ਼ਟਾ ਹੈ, ਮੂਤਰ ਹੈ, ਤੇ ਸਾਰੀ ਦੁਰਗੰਧੀ ਦੇ ਨਾਲ ਇਹ ਸਰੀਰ ਭਰਿਆ ਹੈ। ਕਿਹ ਕੋ ਪਿਖ ਲੁਭਾਏ ਮਤ ਅੰਧੀ, ਇਸ ਨੂੰ ਵੇਖ ਕਰਕੇ ਐ ਅੰਨੀ ਮਤ ਵਾਲੇ ਤੇਰਾ ਜਿਹੜਾ ਮਨ ਬੌਰਾ ਹੋ ਰਿਹਾ ਹੈ। ਮੁਖ ਮੈਂ ਥੂਕ ਸੀਂਡ ਬਹੁ ਨਾਸਾ, ਮੁਖ ਦੇ ਵਿੱਚ ਥੁੱਕ ਹੈ ਤੇ ਨਾਸਕਾਂ ਦੇ ਵਿੱਚ ਸੀਂਡ ਹੈ, ਉਪਰ ਚਰਮ ਬਾਲ ਹੈ ਰਾਸਾ, ਅਤੇ ਸਰੀਰ ਦੇ ਉੱਤੇ ਚੰਮ ਹੈ ਤੇ ਚੰਮ ਦੇ ਉੱਤੇ ਬਹੁਤੇ ਬਾਲ ਲੱਗੇ ਹੋਏ ਹਨ। ਹੇ ਨ੍ਰਿਪ ਇਸ ਪ੍ਰਕਾਰ ਉਰ ਧਾਰੂ, ਐ ਰਾਜਨ, ਜੇ ਸਰੀਰ ਵੇਖ ਕੇ ਮੋਹ ਆਉਂਦਾ ਹੈ ਨਾ, ਬਹੁਤਾ ਪਿਆਰ ਆਉਂਦਾ ਹੈ, ਤੇ ਫਿਰ ਇਹ ਵਸਤੂਆਂ ਵੀ ਦੇਖ ਕੇ ਮਿੱਝ ਦੇ ਨਾਲ, ਲਹੂ ਦੇ ਨਾਲ, ਹੱਡੀਆਂ ਦੇ ਨਾਲ, ਵਾਲਾਂ ਦੇ ਨਾਲ, ਚੰਮ ਦੇ ਨਾਲ, ਥੁੱਕ ਦੇ ਨਾਲ ਬਹੁਤੀ ਦੁਰਗੰਧੀ ਸਰੀਰ ਦੇ ਅੰਦਰ ਹੈ, ਤੇ 9 ਦੁਆਰਿਆਂ ਵਿੱਚੋਂ ਹੀ ਬਦਬੂ ਬਾਹਰ ਆਉਂਦੀ ਹੈ। ਵਸਤ ਕੌਣ ਸੀ ਭਲੀ ਵਿਚਾਰੂ, ਦੱਸ ਤਾਂ ਸਹੀ ਕਿ ਸਰੀਰ ਦੇ ਵਿੱਚ ਕਿਹੜੀ ਵਸਤੂ ਤੈਨੂੰ ਚੰਗੀ ਲੱਗੀ ਹੈ ਜਿਹਦੇ ਨਾਲ ਤੂੰ ਮੋਹ ਪਾਈ ਬੈਠਾ ਹੈ। ਮਹਾ ਦੁਰਗੰਧ ਮੰਦਨੀ ਸੋਊ, ਬਸ ਬਹੁਤੀ ਦੁਰਗੰਧੀ ਦੇ ਨਾਲ ਇਹ ਸਰੀਰ ਭਰਿਆ ਹੈ। ਇਹ ਨਾਰ ਕੀ ਪ੍ਰੀਤਾ ਜੋ, ਜਿਹੜੀ ਇਸ ਤਰ੍ਹਾਂ ਪਰ ਸਰੀਰ ਦੇ ਨਾਲ ਮੋਹ ਕਰਨਾ ਹੈ, ਜੋ ਪ੍ਰਤਾਸ਼ ਹੀ ਅਹਿ ਮਲੀਨੀ, ਜਿਹੜਾ ਪ੍ਰਤੱਖ ਹੀ ਇਹ ਸਰੀਰ ਮਲੀਨ ਹੈ। ਬਾਹਰ ਸੁਨੋ ਪਰ ਧੀਏ ਰਤ ਕੀਨੀ, ਹੁਣ ਇਹ ਤਾਂ ਦੱਸਿਆ ਕਿ ਜਿਹਨੂੰ ਸੁਣ ਕੇ ਮਨ ਵਿੱਚ ਵਿਰਾਗ ਆ ਜਾਵੇ, ਕਿਉਂਕਿ ਜੇ ਸਰੀਰ ਨਾਲ ਹੀ ਮੋਹ ਕਰਦੇ ਆ, ਜਿਹੜੇ ਪੰਛੀ ਹਨ ਇਹ ਭਾਵੇਂ ਨਾ ਵੀ ਨਹਾਉਣ ਤੇ ਇਹਨਾਂ ਵਿੱਚੋਂ ਬਦਬੂ ਨਹੀਂ ਆਉਂਦੀ, ਸਗੋਂ ਸੋਹਣੇ ਦਿਸਦੇ, ਪਰ ਮਨੁੱਖ ਦਾ ਤੇ ਸਰੀਰ ਐਸਾ ਹੈ ਕਿ ਜੇ 1-2 ਦਿਨ ਨਾ ਨਹਾਵੇ ਤੇ ਬਦਬੂ ਮਾਰਨ ਲੱਗਦਾ ਹੈ। ਭਾਵੇਂ ਇਹਨੂੰ ਕਿਸੇ ਕਮਰੇ ਦੇ ਵਿੱਚ ਬੰਦ ਕਰਕੇ ਵੀ ਰੱਖੋ, ਪਰ 9 ਦੁਆਰਿਆਂ ਰਾਹੀਂ ਮੈਲ ਬਾਹਰ ਆਉਂਦੀ ਰਹਿੰਦੀ ਹੈ। ਤੇ ਜੇ ਸਰੀਰ ਇੰਨਾ ਪਵਿੱਤਰ ਹੋਵੇ ਤੇ ਫਿਰ ਬਾਹਰ ਤਾਂ ਬੰਦਾ ਕਿਤੇ ਗਿਆ ਹੀ ਨਹੀਂ, ਮਿੱਟੀ ਦਾ ਸਰੀਰ ਉੱਤੇ ਪੈਣ ਹੀ ਨਹੀਂ ਦਿੱਤੀ, ਤੇ ਜਿਹੜੀ ਇਹ ਅੰਦਰੋਂ ਮੈਲ ਇਹ ਕਿੱਥੋਂ ਆ ਰਹੀ? ਇਹਦਾ ਭਾਵ ਕਿ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਇਹ ਜਿਹੜਾ ਸਰੀਰ ਹੈ ਇੱਕ ਮਿੱਟੀ ਦਾ ਪੁਤਲਾ ਹੈ ਜਿਹਦੇ ਵਿੱਚੋਂ ਗੰਦਗੀ ਬਾਹਰ ਆਉਂਦੀ ਰਹਿੰਦੀ ਹੈ। ਹਾਂ, ਨਾਮ ਜਪਣ ਵਾਲੇ, ਜਿਹੜੇ ਬੰਦਗੀ ਕਰਨ ਵਾਲੇ, ਗੁਰਦੇਵ ਦਾ ਪਾਵਨ ਆਪਾਂ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਚੰਦਨ ਚਾਂਦਨ ਸਰਦ ਰੁੱਤ, ਮੂਲ ਨ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਨਾ ਇਹਨਾਂ ਚੰਦਨ ਠੰਡਾ ਹੈ ਤੇ ਨਾ ਸਰਦ ਰੁੱਤ ਇੰਨੀ ਠੰਡੀ ਹੈ ਜਿੰਨਾ ਨਾਮ ਠੰਡਾ ਹੈ। ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਹਿਰਦੇ ਨਾਮ ਦੇ ਨਾਲ ਪਰਿਪੂਰਨ ਹੋਰ ਕਰਕੇ ਅੰਦਰ ਠੰਡੇ ਹੋ ਜਾਂਦੇ ਨੇ, ਫਿਰ ਉਹਨਾਂ ਦੇ ਸਰੀਰ ਜਿਹੜੇ ਨੇ ਉਹ ਸੁਗੰਧੀ ਨਾਲ ਭਰ ਜਾਂਦੇ ਹਨ। ਜਿਸ ਤਰ੍ਹਾਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖਾਂ ਦਾ ਜੀਵਨ ਪੜ੍ਹਦੇ ਹਾਂ ਕਿ ਸਰੀਰ ਜਿਹੜਾ ਸੀ ਭਗਤੀ ਕਰਕੇ, ਸਿਮਰਨ ਕਰਕੇ ਸੁਗੰਧੀ ਵਾਲਾ ਹੋ ਗਿਆ ਸੀ,
ਬਾਕੀ ਜਿਹੜੇ ਵਿਭਚਾਰੀ ਲੋਕ ਹਨ, ਗੁਰਦੇਵ ਕਹਿਣ ਲੱਗੇ ਕਿ ਸਰੀਰ ਦੇ ਨਾਲ ਕਾਹਦਾ ਮੋਹ ਕਰਦੇ ਹੋ? ਇਹ ਸਰੀਰ ਤਾਂ ਦੁਰਗੰਧੀ ਦੇ ਨਾਲ ਭਰਿਆ ਹੈ। ਸੋ ਪਾਵਤ ਹੈ ਨਰਕ ਮਝਾਰੀ। ਤੇ ਅਗਲੀ ਗੱਲ ਸੁਣ, ਜਿਹੜਾ ਸਰੀਰਾਂ ਦੇ ਨਾਲ ਪਰ ਸਰੀਰਾਂ ਨਾਲ ਮੋਹ ਕਰਦਾ ਹੈ, ਪਰ ਇਸਤਰੀਆਂ ਦੇ ਨਾਲ ਵਿਭਚਾਰੀ ਹੋ ਕੇ ਮੋਹ ਕਰਦਾ ਹੈ, ਉਹਨਾਂ ਦਾ ਵਾਸਾ ਨਰਕਾਂ ਦੇ ਵਿੱਚ ਹੁੰਦਾ ਹੈ। ਜਮ ਕੇ ਦੂਤ ਦੇਤ ਦੁਖ ਭਾਰੀ। ਕਿਉਂਕਿ ਜਮਾਂ ਦੇ ਦੂਤ ਭਾਰੀ ਦੁੱਖ ਦਿੰਦੇ ਨੇ। ਇਹ ਕਾਮੰ ਨਰਕ ਬਿਸਰਾਮੰ ਬਹੁ ਜੌਨੀ ਪ੍ਰਭਾਵਨ ਹੈ। ਜਿਹੜਾ ਪਰ ਸਰੀਰਾਂ ਦੇ ਵਿੱਚ ਮੋਹ ਰੱਖਣਾ ਹੈ ਤੇ ਜਮ ਜਿਹੜੇ ਹਨ ਉਹਨਾਂ ਨੂੰ ਬਹੁਤੀਆਂ ਸਜ਼ਾਵਾਂ ਨਰਕਾਂ 'ਚ ਦਿੰਦੇ ਨੇ। ਕਰ ਲੋਹੇ ਕੀ ਤੀਅਤ ਪਾਵੈ। ਹੁਣ ਜਿਹੜੇ ਸਰੀਰ ਨਾਲ ਮੋਹ ਕਰਦਾ ਹੈ, ਪਿਆਰ ਕਰਦਾ ਹੈ ਪਰ ਸਰੀਰਾਂ ਦੇ ਨਾਲ, ਫਿਰ ਉਹ ਜਿਹੜੇ ਜਮ ਨੇ ਨਰਕਾਂ ਦੇ ਵਿੱਚ ਸਰੀਰ ਹੀ ਗਰਮ ਕਰਕੇ, ਲੋਹੇ ਦੇ ਸਰੀਰ ਗਰਮ ਕਰਕੇ ਤਪਾਉਂਦੇ ਹਨ। ਬਾਂਧ ਤਾਹੇ ਗਰ ਸੰਗ ਲਗਾਵੈ। ਉਹਨਾਂ ਲੋਹੇ ਦੇ ਤਪੇ ਹੋਏ ਸਰੀਰਾਂ ਦੇ ਨਾਲ ਜੀਵ ਨੂੰ ਬੰਨ ਕਰਕੇ ਸਾੜਦੇ ਹਨ ਕਿ ਲਓ ਕਿ ਸਰੀਰਾਂ ਦੇ ਨਾਲ ਹੀ ਤੁਸੀਂ ਇਸੇ ਪ੍ਰਕਾਰ ਮੋਹ ਕੀਤਾ ਹੈ, ਸਰੀਰਾਂ ਦੇ ਨਾਲ ਲਪਟੇ ਰਹੇ ਹੋ। ਲੋਹੇ ਦੇ ਸਰੀਰ ਬਣਾ ਕੇ ਤਪਾ ਕਰਕੇ ਲਾਲ ਕਰਕੇ ਉਹਨਾਂ ਦੇ ਨਾਲ ਤਪਤ ਥੰਮ ਗਲ ਲਾਤੇ ਆ, ਉਹਨਾਂ ਦੇ ਨਾਲ ਬੰਦਿਆਂ ਨੂੰ ਬੰਨ ਕੇ ਲਾਇਆ ਜਾਂਦਾ ਹੈ। ਬਹੁਤ ਕਸ਼ਟ ਬਹੁ ਕਰਤ ਪੁਕਾਰਾ। ਜਿਹੜੇ ਕੁਕਾਰ ਕੁਕਰਮ ਕਰਦੇ ਹੋ ਬਾਅਦ ਵਿੱਚ ਭਾਰੀ ਕਸ਼ਟ ਮਿਲਦਾ ਹੈ। ਬਾਹੁਰ ਕਰਹਿ ਜਮ ਡੰਡਨ ਮਾਰਾ। ਫਿਰ ਜਿਹੜੇ ਜਮ ਨੇ ਡੰਡਿਆਂ ਦੇ ਨਾਲ ਮਾਰ ਕਰਦੇ ਨੇ। ਛਿਨਕ ਜੇ ਮਨ ਸੁਖ ਪਾਵੈ ਕਾਮੀ। ਇਹ ਜਿਹੜੇ ਕਾਮੀ ਪੁਰਸ਼ ਹਨ ਤਨਕ ਮਾਤਰ ਸੁਖ ਪ੍ਰਾਪਤ ਕਰਦੇ ਹਨ ਕਾਮ ਵਿੱਚੋਂ। ਚਿਰੰਕਾਲ ਦੁਖ ਨਾਰਕ ਗਾਮੀ। ਪਰ ਉਸ ਤੋਂ ਬਾਅਦ ਚਿਰੰਕਾਲ ਲੰਮਾ ਸਮਾਂ ਨਰਕਾਂ ਦੇ ਵਿੱਚ ਉਹਦਾ ਫਲ ਭੋਗਣਾ ਪੈਂਦਾ ਹੈ। ਪੰਚਮ ਪਾਤਸ਼ਾਹ ਜੀ ਦੇ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਦੁਖ ਪਾਵੈ। ਘਰੀ ਮੋਹ ਤਰੰਗ ਮਾਣੈ ਰਲੀਆਂ ਫਿਰ ਬਹੁਰ ਬਹੁਰ ਪਛਤਾਵੇ। ਥੋੜਾ ਜਿਹਾ ਕਾਮ ਦੇ ਵਿੱਚੋਂ ਤੁੱਛ ਮਾਤਰ ਸੁਖ ਪ੍ਰਾਪਤ ਹੁੰਦਾ ਏ, ਪਰ ਨਰਕਾਂ ਦੇ ਵਿੱਚ ਫਿਰ ਭਾਰੀ ਹੀ ਜਿਹੜਾ ਉਹਦਾ ਦੁੱਖ ਮਿਲਦਾ ਹੈ। ਅਨੇਕ ਪ੍ਰਕਾਰ ਤਾੜਨਾ ਸਹੀ। ਇਸ ਤਰ੍ਹਾਂ ਜਮ ਜਿਹੜੇ ਨੇ ਅਨੇਕਾਂ ਪ੍ਰਕਾਰ ਦੀਆਂ ਸਜ਼ਾਵਾਂ ਦਿੰਦੇ ਹਨ। ਸਿਮਰਤ ਵੇਦ ਪੁਰਾਣ ਅਸ ਕਹੇ। ਭਾਵੇਂ ਸਿਮਰਤੀਆਂ ਨੇ, ਭਾਵੇਂ ਵੇਦ ਨੇ, ਭਾਵੇਂ ਪੁਰਾਣ ਨੇ, ਸਾਰੇ ਹੀ ਇਸ ਤਰ੍ਹਾਂ ਕਹਿੰਦੇ ਨੇ। ਬਚਨ ਸੁਨੇ ਨ੍ਰਿਪ ਸੂਣ ਮਝਾਰੇ। ਜਦੋਂ ਰਾਜੇ ਨੇ ਗੁਰੂਦੇਵ ਦੇ ਇਹ ਕੀਮਤੀ ਬੋਲ ਆਪਣੇ ਕੰਨਾਂ ਦੇ ਨਾਲ ਸੁਣੇ ਹਨ, ਭਲੀ ਰੀਤ ਸੋ ਚੀਤ ਵਿਚਾਰੇ। ਜਾਣ ਗਿਆ ਕਿ ਗੁਰੂਦੇਵ ਨੇ ਮੇਰੇ ਭਲੇ ਵਾਸਤੇ ਇਹ ਬਚਨ ਕਹੇ ਹਨ। ਲਖੇ ਆਪਣੇ ਕਲਮਲ ਭਾਰੇ। ਇਹਨੇ ਜਾਣ ਲਿਆ ਕਿ ਮੈਂ ਬਹੁਤ ਜ਼ਿਆਦਾ ਭਾਰੀ ਪਾਪ ਕੀਤੇ ਹਨ ਪਹਿਲਾਂ, ਕਿਉਂਕਿ ਇਹਨਾਂ ਬੇਵਿਚਾਰੀ ਸੀ ਕਿ ਸਾਰੇ ਨਗਰ ਨੂੰ ਇਹਨੇ ਇਹ ਆਦੇਸ਼ ਕੀਤਾ ਸੀ ਕਿ ਜਦ ਵੀ ਕੋਈ ਪੁਰਖ ਵਿਆਹ ਕੇ ਇਸਤਰੀ ਲਿਆਉਂਦਾ ਸੀ ਪਹਿਲਾਂ ਰਾਜਾ ਆਪਣੇ ਮਹਿਲਾਂ ਵਿੱਚ ਰੱਖਦਾ ਸੀ। ਇਹਨੇ ਗੁਰਦੇਵ ਦਾ ਇਹ ਉਪਦੇਸ਼ ਸੁਣਿਆ। ਇਹ ਕੀਮਤੀ ਉਪਦੇਸ਼ ਸੁਣ ਕੇ ਮਨ ਇਸ ਦਾ ਡਰ ਗਿਆ। ਜਿਹੜੇ ਭਾਰੀ ਇਸ ਨੇ ਪਾਪ ਕੀਤੇ ਸਾਨੂੰ ਸਾਹਮਣੇ ਆਉਣ ਲੱਗੇ। ਪਰਿਓ ਚਰਨ ਪਰ ਗੁਰੂ ਅਗਾਰੇ। ਆਪਣੇ ਪਾਪ ਜਾਣ ਕੇ ਸਤਿਗੁਰਾਂ ਦੇ ਚਰਨਾਂ ਤੇ ਪੈ ਗਿਆ। ਕਿਉਂਕਿ ਜਦ ਕੋਈ ਵੱਡੇ ਅਹੁਦੇ ਤੇ ਬੈਠਾ ਮਨੁੱਖ ਕੋ ਕਰਮ ਕਰਦਾ ਹੈ ਨਾ, ਤੇ ਉਹਨਾਂ ਨੂੰ ਚੰਗੇ ਜਿਹੜੇ ਗਿਆਨਵਾਨ ਨੇ ਉਹ ਵੀ ਉਪਦੇਸ਼ ਦੇਣ ਤੋਂ ਡਰਦੇ। ਪਰ ਇੱਥੇ ਤਾਂ ਸਤਿਗੁਰੂ ਪ੍ਰਤੱਖ ਆਪ ਨਾਰਾਇਣ ਕਲਾ ਧਾਰ ਹਨ, ਜਿਹੜੇ ਬੇਪਰਵਾਹ ਹਨ। ਸਤਿਗੁਰੂ ਜੀ ਨੇ ਇਹਨੂੰ ਜਦੋਂ ਇਹ ਆ ਕੇ ਉਪਦੇਸ਼ ਦਿੱਤਾ ਹੈ, ਸੁਣ ਕੇ ਇਹਦੇ ਪਾਪ ਸਾਹਮਣੇ ਆਏ, ਮਨ ਇਸ ਦਾ ਡਰ ਗਿਆ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਪੈ ਗਿਆ ਹੈ। ਹੋ ਅਜਾਨ ਬਹੁ ਪਾਪ ਕਮਾਤੇ। ਕਹਿਣ ਲੱਗਾ ਸਤਿਗੁਰੂ ਅਣਜਾਣਪਣੇ ਦੇ ਵਿੱਚ ਮੈਂ ਬਹੁਤ ਪਾਪ ਕੀਤੇ ਹਨ। ਬਚਨ ਤੁਮਾਰੇ ਤੇ ਮੈਂ ਜਾਤੇ। ਜਦੋਂ ਤੁਹਾਡਾ ਹੁਣ ਉਪਦੇਸ਼ ਸੁਣਿਆ ਹੈ ਨਾ ਤੇ ਮੇਰਾ ਮਨ ਜਾਣ ਗਿਆ ਹੈ। ਕਿਰਪਾ ਧਾਰ ਬਖਸ਼ੋ ਮੁਝ ਅਬਹੀ। ਮਹਾਰਾਜ ਆਪ ਕਿਰਪਾ ਕਰੋ, ਮੇਰੇ ਤੇ ਤਰਸ ਕਰੋ ਤੇ ਮੇਰੇ ਕੀਤੇ ਪਾਪ ਗੁਨਾਹ ਬਖਸ਼ ਦਓ ਜੇ। ਬਹੁਰ ਕੁਰੀਤ ਕਰੋ ਨਹਿ ਕਬਹੀ। ਅੱਜ ਤੋਂ ਬਾਅਦ ਮੈਂ ਐਸੀ ਮਾੜੀ ਜਿਹੜੀ ਰੀਤ ਸੀ, ਕੁਰੀਤੀ ਸੀ, ਕਦੇ ਨਹੀਂ ਕਰਾਂਗਾ। ਕਰ ਭਏ ਪ੍ਰਸੰਨ ਕਿਰਪਾਲਾ। ਜਦੋਂ ਕਿਰਪਾਲੂ ਸਤਿਗੁਰੂ ਨੇ ਇਹਦੀ ਜਦੋਂ ਭਾਵਨਾ ਅੰਦਰੋਂ ਸੁਣੀ ਹੈ, ਜਦੋਂ ਇਹਨੇ ਬੇਨਤੀਆਂ ਕੀਤੀਆਂ ਨੇ, ਨਿਮਰਤਾ ਵਿੱਚ ਆ ਕੇ ਆਪਣੀ ਭੁੱਲ ਬਖਸ਼ਾਈ ਹੈ। ਕਿਉਂਕਿ ਇਹ ਬੇਨਤੀ ਕਰਦਾ ਹੈ ਕਿ ਸਤਿਗੁਰੂ ਅਣਜਾਣ ਪੁਣੇ ਵਿੱਚ ਪਾਪ ਕੀਤੇ, ਹੁਣ ਤੁਹਾਡੇ ਤੋਂ ਉਪਦੇਸ਼ ਲਿਆ ਤੇ ਅੱਜ ਤੋਂ ਬਾਅਦ ਮੈਂ ਇਹ ਕੁਕਰਮ ਨਹੀਂ ਕਰਾਂਗਾ। ਇਹਨੇ ਪ੍ਰਣ ਕਰ ਲਿਆ। ਪਰ ਸਾਡਾ ਮਨ ਤੇ ਸਭ ਕੁਝ ਜਾਣਦਾ ਹੈ। ਭਗਤ ਜੀ ਕਹਿੰਦੇ ਹਨ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੈ ਕਾਹੇ ਕੀ ਕੁਸਲਾਤ। ਹਾਥ ਦੀਪ ਕੂਏ ਪਰੈ। ਹੱਥ ਵਿੱਚ ਦੀਵਾ ਲੈ ਕੇ ਖੂਹ ਵਿੱਚ ਡਿੱਗ ਰਿਹਾ ਹੈ। ਹੁਣ ਇਹਦੇ ਵਿੱਚ ਤਾਂ ਦੋਸ਼ ਕਿਸੇ ਦਾ ਨਹੀਂ। ਹਾਂ, ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਕਿਉਂਕਿ ਸਤਿਗੁਰੂ ਕਿਰਪਾਲੂ ਹਨ, ਬਖਸ਼ਣਹਾਰ ਹਨ। ਆਪ ਕਿਰਪਾ ਕਰੋ ਮਹਾਰਾਜ,
ਸਾਡੇ ਜਿਹੜੇ ਗੁਨਾਹ ਹਨ ਬਖਸ਼ ਦਿਓ। ਇਹ ਰਾਜੇ ਨੇ ਆ ਕੇ ਮਹਾਰਾਜ ਦੇ ਚਰਨਾਂ 'ਚ ਹੁਣ ਬੇਨਤੀ ਕੀਤੀ ਹੈ, ਸਤਿਗੁਰੂ ਅਣਜਾਣ ਪੁਣੇ ਵਿੱਚ ਮੈਂ ਭੁੱਲਾਂ ਕੀਤੀਆਂ ਨੇ, ਆਪ ਕਿਰਪਾ ਕਰੋ, ਕਿਰਪਾ ਧਾਰ ਬਖਸ਼ੋ ਮੁਝ ਅਬਹੀ, ਬਹੁਰ ਕੁਰੀਤ ਕਰੋ ਨ ਕਬਹੀ, ਅੱਜ ਤੋਂ ਬਾਅਦ ਇਹ ਕੁਰੀਤੀ ਨਹੀਂ ਕਰਾਂਗਾ। ਸੁਣ ਕਰ ਭਏ ਪ੍ਰਸੰਨ ਕਿਰਪਾਲਾ, ਕਿਰਪਾਲੂ ਸਤਿਗੁਰੂ ਸੁਣ ਕੇ ਪ੍ਰਸੰਨ ਹੋਏ ਹਨ। ਕਹੇ ਬਚਨ ਸੁਣੀਏ ਨਰਪਾਲਾ, ਮਹਾਰਾਜ ਕਹਿਣ ਲੱਗੇ ਰਾਜਨ ਫਿਰ ਸੁਣਨਾ ਕਰ, ਆਗੇ ਕਰੋ ਪਾਪ ਨਹਿ ਕੋਈ, ਅੱਗੇ ਤੂੰ ਕੋਈ ਐਸਾ ਪਾਪ ਨਾ ਕਰੀ, ਪਿਛਲੇ ਕਰੇ ਜੋ ਬਖਸ਼ੇ ਸੋਈ। ਜੇ ਤੂੰ ਅੱਗੇ ਤੂੰ ਪਾਪ ਨਹੀਂ ਕਰੇਗਾ ਨਾ, ਫਿਰ ਤੇਰੇ ਕੀਤੇ ਹੋਏ ਪਿਛਲੇ ਗੁਨਾਹ ਇੱਥੇ ਬਖਸ਼ ਦੇਣੇ। ਇਹ ਗੁਰੂ ਦਾ ਬਿਰਦ ਹੈ, ਇਹ ਗੁਰੂ ਦਾ ਸੁਭਾਅ ਹੈ ਕਿ ਜਦੋਂ ਕੋਈ ਆ ਕੇ ਪ੍ਰਣ ਕਰ ਲੈਂਦਾ ਹੈ, ਪੰਜਾਂ ਪਿਆਰਿਆਂ ਪਾਸ ਆ ਕੇ ਬੇਨਤੀ ਕਰਦਾ ਹੈ ਕਿ ਮੇਰੇ ਤੋਂ ਭੁੱਲ ਹੋਈ ਹੈ, ਗਲਤੀ ਹੋਈ ਹੈ, ਤੇ ਫਿਰ ਪੰਜ ਪਿਆਰੇ ਗੁਰੂ ਸਾਹਿਬਾਨ ਦਾ ਸਰੂਪ ਨੇ, ਫਿਰ ਉਹਦੀ ਕੀਤੀ ਗਲਤੀ ਦੀ ਉੱਥੇ ਮੁਆਫੀ ਦਿਵਾਉਂਦੇ, ਉਹਨੂੰ ਸੇਵਾ ਲਾਉਂਦੇ ਹਨ ਤੇ ਅੱਗੇ ਤੋਂ ਬਚਨ ਕਹਿੰਦੇ ਨੇ ਕਿ ਅੱਗੇ ਤੋਂ ਇਹ ਗਲਤੀ ਜਿਹੜੀ ਇਹ ਨਾ ਕਰੀ ਤੇ ਤੇਰੀ ਪਿੱਛੇ ਕੀਤੀ ਹੋਈ ਗਲਤੀ ਇੱਥੇ ਬਖਸ਼ੀ ਜਾਵੇਗੀ। ਕਿਉਂਕਿ ਪੰਜ ਪਿਆਰੇ ਸਹਿਬਾਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਕਲਗੀਧਰ ਸਾਹਿਬ ਦਾ ਆਪਣਾ ਸਰੂਪ ਹਨ, ਤੇ ਜੇ ਗੁਰੂ ਕਲਗੀਧਰ ਸਾਹਿਬ ਬਖਸ਼ ਦੇਣ ਤੇ ਫਿਰ ਉਹ ਬਖਸ਼ਿਆ ਜਾਂਦਾ ਹੈ। ਕਹਿਤ ਕਬੀਰ ਸੁਨਹੁਰੇ ਸੰਤ ਹੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ। ਗੁਰਦੇਵ ਕਹਿਣ ਲੱਗੇ ਆਗੇ ਕਰੋ ਪਾਪ ਨਹਿ ਕੋਈ, ਪਿਛਲੇ ਕਰੇ ਜੋ ਬਖਸ਼ੇ ਸੋਈ। ਜੇ ਤੂੰ ਅੱਗੇ ਤੋਂ ਇਹ ਪ੍ਰਣ ਕਰੇ, ਪਾਪ ਨਾ ਕਰੇ, ਕੁਕਰਮ ਨਾ ਕਰੇ, ਪਿਛਲੇ ਕੀਤੇ ਹੋਏ ਗੁਨਾਹ ਤੇਰੇ ਬਖਸ਼ ਦੇਣੇ ਆ। ਸਤਨਾਮ ਸਿਮਰੋ ਮਨ ਲਾਏ, ਹੁਣ ਮਨ ਲਾ ਕੇ ਪ੍ਰਭੂ ਦਾ ਸਿਮਰਨ ਕਰ। ਗੁਰ ਮੈਂ ਲਿਓ ਧਰਮਸਾਲ ਬਸਾਏ, ਆਪਣੇ ਇਸ ਨਗਰ ਦੇ ਵਿੱਚ ਧਰਮਸ਼ਾਲਾ ਸਥਾਪਿਤ ਕਰ। ਸਤ ਸੰਗਤ ਤਹਿ ਕਰੋ ਮਹਾਨੀ, ਉਸ ਧਰਮਸ਼ਾਲਾ ਦੇ ਵਿੱਚ ਦੋਵੇਂ ਸਮੇਂ ਮਹਾਨ ਸੰਗਤ ਕਰੋ। ਹਰ ਮਹਿਮਾ ਗੁਣ ਗਾਵੋ ਗੁਣ ਖਾਨੀ, ਸਾਰੇ ਮਿਲ ਕੇ ਗੁਣਾਂ ਦੀ ਖਾਨ ਜੋ ਪ੍ਰਭੂ ਹੈ ਨਾ, ਉਸ ਦੀ ਮਹਿਮਾ ਗਾਵੋ। ਆਸ ਉਪਦੇਸ਼ ਸੀਖ ਲਿਏ ਜਬ ਹੀ, ਇਹ ਉਪਦੇਸ਼ ਜਦੋਂ ਰਾਜੇ ਨੂੰ ਦਿੱਤਾ ਹੈ ਨਾ, ਤੇ ਰਾਜੇ ਨੇ ਮਨ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਜਿਹੜੀ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੈ। ਬਾਹੁਲ ਭਗਤੀ ਦੀਨੀ ਤਬ ਹੀ, ਫਿਰ ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ ਕਿ ਇਹਦੇ ਪਿਛਲੇ ਗੁਣ ਔਗਣ ਜਿਹੜੇ ਉਹ ਬਖਸ਼ ਦਿੱਤੇ। ਸੰਸਾਰ ਜਿਹੜਾ ਉਹ ਸਮੁੰਦਰ ਦੀ ਤਰ੍ਹਾਂ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਮੈਂ ਅਜਾਨ ਜਨ ਤਰਬੇ ਨਾ ਜਾਣੂ। ਜਦੋਂ ਇਹ ਬੇਨਤੀ ਕੀਤੀ ਹੈ ਨਾ ਕਿ ਮਹਾਰਾਜ ਮੈਂ ਤਾਂ ਅਣਜਾਣ ਸੀ, ਮੇਰੇ ਤੋਂ ਅਣਜਾਣ ਪੁਣੇ 'ਚ ਭੁੱਲਾਂ ਹੋਈਆਂ ਤੇ ਬਖਸ਼ ਦਿਓ, ਤੇ ਗੁਰੂ ਨੇ ਕਿਰਪਾ ਕੀਤੀ ਹੈ। ਕਿਉਂਕਿ ਪਰਮਾਤਮਾ ਦਾ ਸਰੂਪ ਸਤਿਗੁਰੂ ਆਪ ਪਿਛਲੇ ਔਗਣ ਬਖਸ਼ ਕੇ ਅੱਗੇ ਮਾਰਗ ਪਾ ਦਿੱਤਾ, ਸਿੱਧੇ ਮਾਰਗ ਤੇ ਪਾ ਦਿੱਤਾ। ਗੁਰਦੇਵ ਨੇ ਪ੍ਰਸੰਨ ਹੋ ਕੇ ਸਿੱਖਿਆ ਦੇ ਕੇ ਚਰਨ ਪੌਲ ਦਿੱਤੀ ਹੈ। ਕਰੇ ਸਿੱਖ ਆਪਣੇ ਨਰ ਬ੍ਰਿੰਦਾ, ਤੇ ਇਹ ਨਗਰ ਦੇ ਜਿਹੜੇ ਲੋਕ ਸਨ ਇਹਨਾਂ ਨੂੰ ਚਰਨ ਪੌਲ ਦੇ ਕੇ ਗੁਰਦੇਵ ਨੇ ਸਿੱਖ ਬਣਾਇਆ ਹੈ। ਸਤਨਾਮ ਸਿਮਰੋ ਸੁਖ ਕੰਦਾ, ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਕਿ ਪ੍ਰਭੂ ਦਾ ਸਿਮਰਨ ਕਰੋ, ਨਾਮ ਜਪੋ, ਨਾਮ ਹੀ ਸੁਖ ਨੂੰ ਦੇਣ ਵਾਲਾ ਹੈ। ਕਰ ਤੁਕ ਕਰਮ ਸ਼ਰਬ ਛੁਟਵਾਇਓ, ਜਿਹੜੇ ਕੁਕਰਮ ਮਾੜੇ ਕਰਮ ਕਰਦੇ ਸਾਨੂੰ ਛੁਡਾ ਦਿੱਤੇ। ਨਾਮ ਦਾਨ ਇਸ਼ਨਾਨ ਦ੍ਰਿੜਾਇਓ, ਇਹ ਉਪਦੇਸ਼ ਦਿੱਤਾ ਕਿ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਾਮ ਜਪਣਾ ਤੇ ਲੋੜਵੰਦ ਦੇ ਤਾਈਂ ਦਾਨ ਕਰਨਾ ਹੈ। ਕਿਤਕ ਦਿਵਸ ਜਬ ਰਹਿਤ ਬਿਤਾਏ, ਕਿੰਨੇ ਕੁ ਦਿਨ ਸਤਿਗੁਰੂ ਇਸ ਨਗਰ ਵਿੱਚ ਰਹਿ ਕੇ ਬਤੀਤ ਕਰਦੇ ਨੇ। ਹਾਥ ਬੰਦ ਨਿਰਪ ਬੈਨ ਅਲਾਏ, ਇੱਕ ਦਿਨ ਹੱਥ ਜੋੜ ਕੇ ਜਿਹੜਾ ਰਾਜਾ ਸੀ ਸਤਿਗੁਰਾਂ ਦੇ ਚਰਨਾਂ 'ਚ ਆ ਗਿਆ, ਆ ਕੇ ਬੇਨਤੀ ਕਰਨ ਲੱਗਾ। ਚਾਉਲ ਪਸ਼ਮ ਦੇਸ ਮਮ ਹੋਈ, ਕਹਿਣ ਲੱਗਾ ਮਹਾਰਾਜ ਸਾਡੇ ਇਸ ਪੱਛਮ ਦੇ ਇਲਾਕੇ ਦੇ ਵਿੱਚ ਜਿਹੜੇ ਚਾਵਲ ਨੇ ਉਹ ਬਹੁਤੇ ਹੁੰਦੇ ਨੇ, ਉਹਦੀ ਖੇਤੀ ਹੁੰਦੀ ਹੈ, ਔਰ ਅੰਨ ਉਪਜਤ ਨਹਿ ਕੋਈ। ਤੇ ਸਤਿਗੁਰੂ ਜੀ ਹੋਰ ਕੋਈ ਅੰਨ ਜਿਹੜਾ ਹੈ ਨਾ ਉਹ ਸਾਡੇ ਦੇਸ਼ ਵਿੱਚ, ਸਾਡੇ ਇਲਾਕੇ ਵਿੱਚ ਨਹੀਂ ਪੈਦਾ ਹੁੰਦਾ। ਕਿਰਪਾ ਧਾਰ ਬਰ ਦੀਜਾ ਅਬਹੀ, ਸਤਿਗੁਰੂ ਆਪ ਕਿਰਪਾ ਕਰੋ, ਕੋਈ ਐਸਾ ਵਰ ਦੇਵੋ, ਐਸੇ ਬਚਨ ਕਰੋ ਜਿਹਦੇ ਨਾਲ ਸਾਡੇ ਨਗਰ ਤੇ ਕਿਰਪਾ ਹੋਵੇ। ਅੰਨ ਕਪਾਹ ਆਦਿਕ ਹੋਇ ਸਭ ਹੀ, ਹੋਰ ਅੰਨ ਕਪਾਹ ਆਦਿਕ ਹੋਰ ਖਾਣ ਵਾਲੇ ਜਿਹੜੇ ਅੰਨ ਹਨ ਉਹ ਪੈਦਾ ਹੋ ਸਕਣ। ਸੁਣੀ ਨਿਜੈ ਪ੍ਰੈ ਭਗਤ ਅਨੰਨੰ, ਜਦੋਂ ਸਤਿਗੁਰਾਂ ਨੇ ਆਪਣੇ ਭਗਤ ਦੀ ਅਨੰਨ ਸੇਵਕ ਦੀ ਇਹ ਬੇਨਤੀ ਨੂੰ ਸੁਣਿਆ ਹੈ, ਕਹਿਓ ਬਚਨ ਹੋਇ ਹੈ ਸਭ ਅੰਨੰ। ਸਤਿਗੁਰੂ ਜੀ ਨੇ ਬਚਨ ਕੀਤੇ ਨੇ ਮੁਖਾਰ ਬੇਨਤੋਂ ਕਿ ਇਸ ਨਗਰ ਵਿੱਚ, ਇਲਾਕੇ ਵਿੱਚ ਸਾਰੇ ਅੰਨ ਹੋਣਗੇ, ਹਰ ਤਰ੍ਹਾਂ ਦੀ ਫਸਲ ਇੱਥੇ ਹੋਵੇਗੀ। ਬਾਹੁਰ ਗਮਨ ਕੀ ਕੀਨੀ ਤਿਆਰੀ, ਸਤਿਗੁਰੂ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕੀਤੀ ਹੈ। ਸੁਣ ਕੇ ਮਿਲੇ ਆਏ ਨਰ ਨਾਰੀ, ਜਦੋਂ ਨਗਰ ਦੇ ਲੋਕਾਂ ਨੂੰ ਪਤਾ ਲੱਗਾ ਹੈ ਕਿ ਜਿਹੜੇ ਸੰਤ ਸਾਡੇ ਨਗਰ ਵਿੱਚ ਆਏ ਸਨ, ਜਿਨ੍ਹਾਂ ਨੇ ਸਾਡੇ ਰਾਜੇ ਨੂੰ ਭੁੱਲੇ ਹੋਏ ਨੂੰ ਵੀ ਸਿੱਧੇ ਮਾਰਗ ਰਸਤੇ ਪਾ ਦਿੱਤਾ,
ਸਾਡੇ ਤੇ ਕਿਰਪਾ ਕੀਤੀ ਹੈ, ਚਰਨ ਪੌਲ ਦੇ ਕੇ ਸਾਨੂੰ ਆਪਣਾ ਸਿੱਖ ਬਣਾਇਆ ਹੈ, ਸਾਨੂੰ ਉਪਦੇਸ਼ ਦਿੱਤਾ ਹੈ ਨਾਮ ਜਪਣ ਦਾ, ਭੁੱਲਿਆਂ ਨੂੰ ਸਿੱਧੇ ਰਸਤੇ ਤੇ ਤੋਰਿਆ ਹੈ। ਜਦੋਂ ਪਤਾ ਲੱਗਾ ਕਿ ਉਹ ਪੂਰਨ ਸੰਤ ਇੱਥੋਂ ਜਾ ਰਹੇ ਹਨ, ਹਾਥ ਬੰਦ ਕੈ ਗਿਰਾ ਉਚਾਰੇ। ਸਾਰੇ ਨਗਰ ਦੇ ਲੋਕ ਇਕੱਠੇ ਹੋ ਕੇ ਆਏ ਤੇ ਸਤਿਗੁਰਾਂ ਦੇ ਚਰਨਾਂ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਸ੍ਰੀ ਗੁਰ ਰਹੋ ਇਸ ਦੇਸ ਮਝਾਰੇ। ਕਹਿਣ ਲੱਗੇ ਮਹਾਰਾਜ ਸਾਡੀ ਬੇਨਤੀ ਪ੍ਰਵਾਨ ਕਰੋ ਤੇ ਇਸ ਨਗਰ ਵਿੱਚ, ਇਸ ਦੇਸ਼ ਵਿੱਚ ਰਹੋ। ਤੁਮੇ ਆਵਣ ਤੇ ਭਇਓ ਪਵਿੱਤਰਾ। ਆਪ ਜੀ ਦੇ ਆਉਣ ਦੇ ਨਾਲ ਸਾਡਾ ਜਿਹੜਾ ਦੇਸ਼ ਹੈ ਉਹ ਪਵਿੱਤਰ ਹੋ ਗਿਆ ਹੈ। ਸਿੱਖੀ ਭਈ ਵਿਸਾਲ ਬਚਿਤਰਾ। ਤੇ ਬੜੀ ਸੁੰਦਰ ਜਿਹੜੀ ਸਿੱਖੀ ਸੀ ਉਹ ਸਾਰਿਆਂ ਨੇ ਧਾਰਨ ਕੀਤੀ ਹੈ। ਕਿਉ ਤੁਮ ਤੂਰਨ ਕਰੋ ਤਿਆਰੀ। ਆਪ ਮਹਾਰਾਜ ਕਿਉਂ ਇੰਨੀ ਛੇਤੀ ਇੱਥੋਂ ਜਾਣ ਦੀ ਤਿਆਰੀ ਕਰ ਰਹੇ ਹੋ? ਰਹੋ ਸਦਾ ਨਿਜ ਕਰੁਣਾ ਧਾਰੀ। ਸਤਿਗੁਰੂ ਸਾਡੇ ਤੇ ਕਿਰਪਾ ਕਰੋ ਤੇ ਸਦਾ ਹੀ ਸਾਡੇ ਇਸ ਦੇਸ਼ ਵਿੱਚ, ਨਗਰ ਵਿੱਚ ਰਹਿਣਾ ਕਰੋ। ਇਸ ਪ੍ਰਕਾਰ ਬਿਨਤੀ ਬਹੁ ਕੀਨੰ। ਜਦੋਂ ਸਾਰੇ ਨਗਰ ਵਾਲਿਆਂ ਨੇ ਮਿਲ ਕੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀਆਂ ਕੀਤੀਆਂ ਨੇ, ਇਸ ਦਿਨ ਸ੍ਰੀ ਗੁਰ ਚਲਨ ਨ ਦੀਨੰ। ਤੇ ਉਸ ਦਿਨ ਸਤਿਗੁਰਾਂ ਨੂੰ ਇੱਥੋਂ ਜਾਣ ਨਹੀਂ ਦਿੱਤਾ, ਬੇਨਤੀਆਂ ਕਰਕੇ ਆਪਣੇ ਨਗਰ ਵਿੱਚ ਹੀ ਰੱਖ ਲਿਆ ਹੈ। ਅਗਲੇ ਦਿਵਸ ਭੋਰ ਭੇਜਬਹਿ। ਹਾਂ, ਅਗਲੇ ਦਿਨ ਜਦ ਸਦੋਂ ਸਵੇਰ ਹੋਈ ਹੈ, ਹੋਏ ਅਲੋਪ ਗਏ ਗੁਰ ਤਬਹਿ। ਤੇ ਸਤਿਗੁਰੂ ਜੀ ਸਵੇਰ ਹੁੰਦਿਆਂ ਹੀ ਇਸ ਨਗਰ ਤੋਂ ਚੱਲੇ ਗਏ ਨੇ। ਈਸ਼ੇ ਤੇ ਬਹੁ ਨਰ ਪਛੁਤਾਏ। ਸਤਿਗੁਰਾਂ ਦੇ ਜਾਣ ਤੋਂ ਬਾਅਦ ਸਾਰੇ ਨਗਰ ਦੇ ਲੋਕ ਬਹੁਤ ਪਛਤਾਏ ਹਨ। ਦਰਸ਼ਨ ਕਰ ਹਮ ਨਹਿ ਤ੍ਰਿਪਤਾਏ। ਸਾਰੇ ਕਹਿੰਦੇ ਨੇ ਕਿ ਇਹਨਾਂ ਸੰਤਾਂ ਦੇ, ਸਤਿਗੁਰਾਂ ਦੇ ਦਰਸ਼ਨ ਕਰਕੇ ਸਾਡੇ ਮਨ ਨਹੀਂ ਸੀ ਰੱਜੇ। ਭਲੀ ਪ੍ਰਕਾਰ ਕੀਨ ਨਹਿ ਸੇਵਾ। ਚੰਗੀ ਤਰ੍ਹਾਂ ਅਸੀਂ ਸਤਿਗੁਰਾਂ ਦੀ ਸੇਵਾ ਵੀ ਨਹੀਂ ਕਰ ਸਕੇ। ਸ੍ਰੀ ਗੁਰ ਗਮਨਿ ਅਲਾਖਿਆ ਭੇਵਾ। ਹਾਂ, ਭੇਦ ਤੋਂ ਰਹਿਤ, ਜਾਣਨ ਤੋਂ ਰਹਿਤ ਸਤਿਗੁਰੂ ਇੱਥੋਂ ਚਲੇ ਗਏ ਹਨ। ਸਿਮਰੈ ਨਿਸਬਾ ਸੁਰ ਤਰ ਧਿਆਨਾ। ਧਿਆਨ ਦੇ ਵਿੱਚ ਸਤਿਗੁਰਾਂ ਨੂੰ ਰੱਖ ਕੇ ਦਿਨ ਰਾਤ ਯਾਦ ਕਰਦੇ ਹਨ। ਬਹੁਤ ਨਰਨ ਕੋ ਭਾਕ ਲਿਆਨਾ। ਤੇ ਇਸ ਬਹੁਤੇ ਨਗਰ ਦੇ ਲੋਕਾਂ ਦਾ, ਇੱਥੋਂ ਦਿਆਂ ਦਾ ਸਤਿਗੁਰਾਂ ਨੇ ਕਲਿਆਣ ਕੀਤਾ, ਉਧਾਰ ਕੀਤਾ, ਰਹਿਮਤ ਕਰਕੇ ਇਹਨਾਂ ਦਾ ਪਾਰ ਉਤਾਰਾ ਕਰ ਦਿੱਤਾ। ਆਗੈ ਗਮਨੇ ਸ੍ਰੀ ਜਗਤੀਸ਼ਾ। ਜਗਤ ਦੇ ਮਾਲਕ ਸਤਿਗੁਰੂ ਅਗਲੇ ਨਗਰ ਵਿੱਚ ਗਏ ਹਨ। ਪਹੁੰਚੇ ਜਾਏ ਔਰ ਇੱਕ ਦੇਸ਼ਾ। ਹੋਰ ਇੱਕ ਦੇਸ਼ ਦੇ ਵਿੱਚ ਸਤਿਗੁਰੂ ਪਹੁੰਚਦੇ ਹਨ। ਅਨ ਅਗਣ ਦੋ ਤਹ ਨਾਹੀ। ਹੁਣ ਕਿਸ ਦੇਸ਼ ਵਿੱਚ ਪਹੁੰਚਦੇ ਨੇ? ਜਿਸ ਇਲਾਕੇ ਵਿੱਚ ਨਾ ਤੇ ਅੱਗ ਹੈ, ਨਾ ਹੀ ਅੰਨ ਜਿਹੜਾ ਸੀ ਉਹ ਪੈਦਾ ਹੁੰਦਾ ਏ। ਆ ਮਿਖ ਕੋ ਭੋਜਨ ਸਭ ਖਾਹੇ। ਹੁਣ ਇੱਥੋਂ ਦੇ ਲੋਕ ਜਿਹੜੇ ਸੀ ਨਾ, ਉਹ ਮਾਸ ਦਾ ਭੋਜਨ ਕਰਦੇ ਸਨ। ਇਹ ਇੱਕ ਦੇਸ਼ ਐਸਾ ਸੀ ਜਿੱਥੇ ਨਾ ਇਹਨਾਂ ਕੋਲ ਅੱਗ ਦਾ ਇੰਤਜ਼ਾਮ ਸੀ, ਨਾ ਹੀ ਅੰਨ ਦਾ ਇੰਤਜ਼ਾਮ ਸੀ, ਬਸ ਮਾਸ ਦਾ ਹੀ ਭੋਜਨ ਕਰਦੇ ਸਨ। ਇੱਕ ਪਾਹਨ ਉੱਪਰ ਇੱਕ ਨੀਚੇ। ਤੇ ਇਹਨਾਂ ਦਾ ਭੋਜਨ ਕਰਨ ਦਾ, ਤਿਆਰ ਕਰਨ ਦਾ ਢੰਗ ਕੀ ਸੀ? ਇੱਕ ਪੱਥਰ ਇਹ ਥੱਲੇ ਰੱਖਦੇ ਸੀ, ਇੱਕ ਪੱਥਰ ਉੱਪਰ ਰੱਖਦੇ ਸਨ। ਆਮਿਖ ਰਾਖੈ ਤਿਨਕੇ ਬੀਚੇ। ਤੇ ਜਿਹੜਾ ਮਾਸ ਸੀ ਉਹ ਇਹਨਾਂ ਪੱਥਰਾਂ ਦੇ ਵਿੱਚ ਰੱਖ ਲੈਂਦੇ ਸਨ। ਸਵਾ ਪਹਿਰ ਮੰਤਰ ਜਪ ਭਾਨੰ। ਤੇ ਸਵਾ ਪਹਿਰ ਸੂਰਜ ਦਾ ਮੰਤਰ ਜਾਪ ਕਰਦੇ ਸੀ, ਕਿਉਂਕਿ ਸੂਰਜ ਦੇ ਤਪਸ਼ ਦੇ ਨਾਲ ਇਹ ਪੱਥਰ ਗਰਮ ਹੁੰਦੇ ਤੇ ਜਿਹੜਾ ਮਾਸ ਦਾ ਟੁਕੜਾ ਵਿੱਚ ਰੱਖਿਆ ਹੁੰਦਾ ਸੀ ਉਹ ਤਪ ਜਾਂਦਾ ਸੀ। ਉਹਨੂੰ ਫਿਰ ਤਪੇ ਹੋਏ ਮਾਸ ਨੂੰ ਆਪਣਾ ਭੋਜਨ ਬਣਾ ਲੈਂਦੇ ਸੀ, ਕਿਉਂਕਿ ਅੱਗ ਦਾ ਤੇ ਇੰਤਜ਼ਾਮ ਹੈ ਨਹੀਂ ਸੀ, ਅੰਨ ਵੀ ਇੱਥੇ ਨਹੀਂ ਸੀ। ਇਸ ਕਰਕੇ ਪੱਥਰਾਂ ਵਿੱਚ ਮਾਸ ਨੂੰ ਰੱਖ ਕੇ ਸਵਾ ਪੈਰ ਭਾਵ 4 ਘੰਟੇ ਸੂਰਜ ਦੇ ਮੰਤਰ ਪੜ੍ਹਦੇ ਸਨ, ਸੂਰਜ ਦਾ ਧਿਆਨ ਧਾਰਦੇ ਸਨ। ਇਉ ਪਕਾਏ ਕਰ ਹੈ ਤੇ ਖਾਨੰ। ਇਸ ਤਰ੍ਹਾਂ ਮਾਸ ਨੂੰ ਪਕਾ ਕੇ ਆਪਣਾ ਭੋਜਨ ਕਰਦੇ ਸੀ। ਦੋਹਰਾ ਸੇਵਹਿ ਚਿਤ ਕੀ ਪ੍ਰੀਤ ਕਰ। ਤੇ ਚਿੱਤ ਦੀ ਪ੍ਰੀਤੀ ਦੇ ਨਾਲ ਜੇ ਕੋਈ ਆਵੇ ਸੇਵਾ ਕਰਦੇ ਸਨ। ਜਾਏ ਜੇ ਤਹਾਂ ਅਤੀਤ। ਜੇ ਕੋਈ ਸਾਧੂ ਜਨ, ਸੰਤ ਜਨ ਇਹਨਾਂ ਦੇ ਨਗਰ ਚਲਾ ਜਾਵੇ ਤੇ ਪ੍ਰੇਮ ਦੇ ਨਾਲ ਉਹਦੀ ਸੇਵਾ ਦੇ ਵਿੱਚ ਜੁੜਦੇ ਸੀ। ਜੋ ਦੇਖ ਹੈ ਸੁਖ ਵਾਵਈ ਤਾਹੇ ਦੇਸ਼ ਕੀ ਰੀਤ। ਇਸ ਦੇਸ਼ ਦੀ ਇਹ ਰੀਤੀ ਸੀ ਕਿ ਜੇ ਕੋਈ ਸੰਤ ਸਾਧੂ ਦੇਖ ਲੈਣ, ਹਾਂ ਜਿਹੜਾ ਪਹਿਲਾਂ ਜਾ ਕੇ ਉਹਨੂੰ ਦੇਖੇ ਤੇ ਉਹਦੀ ਡਿਊਟੀ ਹੁੰਦੀ ਸੀ ਕਿ ਇਹਦਾ ਇੰਤਜ਼ਾਮ ਕਰਨਾ, ਇਹਦੀ ਸੇਵਾ ਕਰਨੀ, ਉਹ ਉਹਦੀ ਜ਼ਿੰਮੇਵਾਰੀ ਹੁੰਦੀ ਸੀ। ਇਹ ਇਸ ਦੇਸ਼ ਦੀ ਇੱਕ ਰੀਤ ਬਣਾਈ ਸੀ। ਇਹ ਦੇਸ਼ ਦੇ ਵਿੱਚ ਇਹਨਾਂ ਦਾ ਕਾਨੂੰਨ ਬਣਿਆ ਸੀ। ਜਾਓ ਪਈ ਬੈਠੇ ਗੁਰੂ ਜਾਏ ਕਥਾਏ। ਜਿਸ ਜਗ੍ਹਾ ਸਤਿਗੁਰੂ ਬਿਰਾਜਮਾਨ ਹੋਏ ਨੇ, ਦੁੰਬੇ ਤਹ ਅਯਾਲ ਚਰਾਏ। ਇੱਕ ਅਯਾਲੀ ਜਿਹੜਾ ਸੀ ਉੱਥੇ ਦੁੰਬੇ ਚਰਾ ਰਿਹਾ ਸੀ। ਸੋ ਆਇਓ ਸ੍ਰੀ ਨਾਨਕ ਪਾਸਾ। ਉਹ ਅਯਾਲੀ ਨੇ ਸਤਿਗੁਰਾਂ ਨੂੰ ਦੇਖ ਲਿਆ
ਤੇ ਮਹਾਰਾਜ ਦੇ ਕੋਲ ਚੱਲ ਕੇ ਆ ਗਿਆ। ਠਾਂਡੋ ਨਿਕਟ ਕੇ ਨੇ ਅਰਦਾਸਾ, ਸਤਿਗੁਰਾਂ ਦੇ ਕੋਲ ਆ ਕੇ ਬੇਨਤੀ ਕਰਨ ਲੱਗਾ। ਮਾਰੋਂ ਦੁੰਬਾ ਭੋਜਨ ਕਰੀਆ। ਕਹਿਣ ਲੱਗਾ, ਸੰਤ ਜੀ ਤੁਸੀਂ ਸਾਡੇ ਨਗਰ ਆਏ ਹੋ, ਮੈਂ ਇੱਕ ਦੁੰਬਾ ਮਾਰ ਕੇ ਦੇਣਾ ਤੇ ਉਹਦਾ ਭੋਜਨ ਤੁਸੀਂ ਕਰ ਲਓ। ਸ਼ਰਮ ਮਾਰਗ ਕੋ ਸਭ ਪਰ ਹਰੀਆ। ਤੇ ਜਿਹੜਾ ਰਸਤੇ ਵਿੱਚ ਚੱਲ ਕੇ ਆਏ ਹੋ ਥਕੇਵਾ ਹੋਇਆ ਏ, ਉਹਦਾ ਇਹ ਭੋਜਨ ਕਰਕੇ ਦੂਰ ਕਰ ਲਓ। ਜੇ ਤੁਮ ਖਾਓ ਨਾ ਮੋਰ ਉਚਾਰੇ। ਜੇ ਤੁਸੀਂ ਮੇਰੀ ਬੇਨਤੀ ਨੂੰ ਨਾ ਮੰਨਿਆ, ਜੇ ਮੇਰੇ ਕਿਹਾ ਤੁਸੀਂ ਇਹ ਭੋਜਨ ਨਾ ਕੀਤਾ, ਮੇਰੋ ਖਾਵੰਦ ਮੋਕੋ ਮਾਰੇ। ਜਿਹੜਾ ਸਾਡਾ ਇਥੋਂ ਦਾ ਮਾਲਕ ਹੈ ਉਹ ਮੈਨੂੰ ਮਾਰੇਗਾ, ਜਾਂ ਜਿਹੜਾ ਰਾਜਾ ਹੈ ਉਹ ਮਾਰੇਗਾ। ਦੇਸ਼ ਏਤ ਹਮਰਾ ਹੈ ਇਹੀ। ਇਹ ਜਿਹੜੀ ਸਾਡੇ ਦੇਸ਼ ਦੀ ਰੀਤੀ ਹੈ, ਇਹੋ ਹੀ ਸਾਡੇ ਦੇਸ਼ ਦਾ ਕਾਨੂੰਨ ਹੈ, ਜਾਂ ਕਹਿ ਲਓ ਕਿ ਸਾਰੇ ਦੇਸ਼ ਦੀ ਇੱਕ ਸਲਾਹ ਹੈ। ਇਹ ਰਾਜੇ ਦਾ ਉਪਦੇਸ਼ ਹੈ ਕਿ ਜਿਹੜਾ ਵੀ ਕਿਸੇ ਨੂੰ ਬਾਹਰੋਂ ਆਏ ਨੂੰ ਦੇਖ ਲਏ ਤੇ ਜਿਹੜਾ ਪਹਿਲਾਂ ਦੇਖੇਗਾ ਉਹੀ ਉਹਦੀ ਸੇਵਾ ਸੰਭਾਲ ਕਰੇਗਾ, ਉਹਦੀ ਸੇਵਾ ਵਿੱਚ ਲੱਗੇਗਾ। ਹੁਣ ਮੈਨੂੰ ਆ ਕੇ ਤੁਸੀਂ ਮਿਲੇ ਹੋ ਤੇ ਮੈਂ ਦੁੰਬਾ ਮਾਰ ਕੇ ਲਿਆਣਾ ਤੇ ਉਹਦਾ ਭੋਜਨ ਤੁਸੀਂ ਕਰ ਲਓ। ਜੋ ਦੇਖੈ ਸੋ ਭੋਜਨ ਦੇਹੀ। ਇਸ ਦੇਸ਼ ਦੀ ਰੀਤੀ ਹੈ ਕਿ ਜਿਹੜਾ ਦੇਖਦਾ ਹੈ ਪਹਿਲਾਂ ਉਹੀ ਉਹਦੀ ਸੇਵਾ ਕਰਦਾ ਹੈ। ਜੇ ਨਾ ਦੇ ਤੇ ਡੰਡ ਲਗਾਵੈ। ਜੇ ਮੈਂ ਨਾ ਦਿੱਤਾ ਤੇ ਫਿਰ ਮੈਨੂੰ ਇਹ ਡੰਨ ਲਾਉਣਗੇ। ਮਿਲ ਨਰ ਤਾਂ ਕੋ ਬਹੁਤ ਲਜਾਵੈ। ਤੇ ਸਾਰੇ ਲੋਕ ਮਿਲ ਕੇ ਤੇ ਫਿਰ ਮੈਨੂੰ ਬਹੁਤਾ ਸ਼ਰਮਿੰਦਾ ਕਰਨਗੇ। ਦੋਹਰਾ ਅੰਨ ਅਗਨ ਇਹ ਠਾ ਨਹੀਂ। ਕਿਉਂਕਿ ਇਸ ਇਲਾਕੇ ਵਿੱਚ, ਇਸ ਦੇਸ਼ ਵਿੱਚ ਨਾ ਤੇ ਅੱਗ ਹੈ ਤੇ ਨਾ ਹੀ ਅੰਨ ਉਤਪਨ ਹੁੰਦਾ ਹੈ। ਨਾਹੀਂ ਉਡੀਕੋ ਤਾਹੇ। ਤੇ ਆਪ ਜੀ ਮੇਰੀ ਬੇਨਤੀ ਨੂੰ ਮੰਨ ਲਓ ਕਿ ਤੁਸੀਂ ਕਿਸੇ ਤਰ੍ਹਾਂ ਉਮੀਦ ਨਾ ਰੱਖੋ ਇੱਥੇ ਅੰਨ ਮਿਲਣ ਦੀ। ਗੁਰੂ ਕਹੈ ਦੁੰਬਾ ਕਹੋ। ਹੁਣ ਸਤਿਗੁਰੂ ਜੀ ਦੇ ਜਿੱਥੇ ਵੀ ਮਹਾਰਾਜ ਗਏ ਨੇ, ਕੋ ਵੱਖਰੇ ਹੀ ਕੌਤਕ ਸਤਿਗੁਰਾਂ ਨੇ ਕੀਤੇ ਨੇ, ਜਿਹੜੇ ਕੌਤਕਾਂ ਨੂੰ ਦੇਖ ਕਰਕੇ ਨਗਰ ਦੇ ਲੋਕ ਪ੍ਰਭਾਵਿਤ ਹੁੰਦੇ ਸੀ। ਫਿਰ ਸਾਰੇ ਇਕੱਠੇ ਹੋ ਕੇ ਚੱਲ ਕੇ ਸ਼ਰਨ ਚ ਆਉਂਦੇ ਸਨ। ਜਿਸ ਤਰ੍ਹਾਂ ਮਹਾਰਾਜ ਕੁਰੂਕਸ਼ੇਤਰ ਗਏ, ਉਹ ਹਿਰਨ ਲੈ ਕੇ ਆਇਆ ਤੇ ਗੁਰਦੇਵ ਨੇ ਕਿਹਾ ਕਿ ਇਹਨੂੰ ਇਸ ਬਰਤਨ ਵਿੱਚ ਰਿੰਨੋ, ਤੇ ਸਾਰੇ ਹੀ ਪਾਂਡੇ ਇਕੱਠੇ ਹੋ ਗਏ। ਤੇ ਜਦੋਂ ਬਹੁਤ ਜ਼ਿਆਦਾ ਚਰਚਾ ਕਰਨ ਵਾਸਤੇ ਪਹਿਲਾਂ ਕਹਿੰਦੇ ਇਹਨਾਂ ਨੂੰ ਖਤਮ ਕਰੋ, ਮਹਾਰਾਜ ਕਹਿੰਦੇ ਮਾਰਨ ਆਏ ਹੋ ਜਾਂ ਚਰਚਾ ਕਰਨ ਆਏ ਹੋ। ਉਹਨਾਂ ਨੇ ਕਿਹਾ ਚਰਚਾ ਦੇ ਵਿੱਚ ਤਾਂ ਸਾਨੂੰ ਕੋਈ ਹਰਾ ਨਹੀਂ ਸਕਦਾ, ਜਦ ਚਰਚਾ ਕਰਕੇ ਹਾਰ ਗਏ। ਫਿਰ ਕਹਿਣ ਲੱਗੇ ਕਿ ਇੱਥੇ ਤੁਸੀਂ ਹਿਰਨ ਕਿਉਂ ਰਹਿੰਦੇ ਆ, ਤੇ ਜਦ ਦੇਖਿਆ ਉਹ ਤਾਂ ਖੀਰ ਹੀ ਦੇਖੀ ਸੀ ਨਾ। ਇਸ ਕਰਕੇ ਗੁਰਦੇਵ ਦੇ ਵੱਖਰੇ ਹੀ ਕੌਤਕ ਸਨ। ਮਹਾਰਾਜ ਕਹਿਣ ਲੱਗੇ ਠੀਕ ਹੈ, ਜੇ ਤੁਹਾਡੇ ਨਗਰ ਦੀ ਇਹ ਰੀਤ ਹੈ, ਜੇ ਇਸ ਤਰ੍ਹਾਂ ਹੀ ਤੂੰ ਖੁਸ਼ ਹੋਣਾ ਹੈ, ਜਾਂ ਤੈਨੂੰ ਸਜ਼ਾ ਤੋਂ ਬਚਾਉਣ ਵਾਸਤੇ ਤੇਰੀ ਇਹ ਗੱਲ ਮੰਨ ਲੈਨੇ ਆ ਕਿ ਜਾ ਦੁੰਬਾ ਮਾਰ ਕੇ ਲੈ ਆ, ਦਿਓ ਪਕਾਏ ਤਾਂ ਖਾਹੇ। ਤੇ ਤੂੰ ਪਕਾ ਕੇ ਦੇ ਤੇ ਫੇਰ ਹੀ ਖਾਵਾਂਗੇ। ਚਾਉ ਪਈ ਮਾਰ ਦੁੰਬਾ ਤਨ ਮਾਸ ਬਣਾਇਓ। ਜਦੋਂ ਇਸ ਇਆਲੀ ਨੇ ਇਹ ਬਚਨ ਸਤਿਗੁਰਾਂ ਦਾ ਸੁਣਿਆ ਹੈ, ਇੱਕ ਦੁੰਬਾ ਇਹਨੇ ਖਤਮ ਕੀਤਾ ਤੇ ਉਹਦਾ ਮਾਸ ਜਿਹੜਾ ਸੀ ਪਕਾਉਣ ਲੱਗਾ। ਜਾਪ ਭਾਨ ਕਰਤ ਬਹਿ ਪਕਾਇਓ। ਇਹ ਸਾਰੇ ਲੋਕ ਜਿਹੜੇ ਸਨ ਸੂਰਜ ਦੇ ਮੰਤਰ ਪੜ੍ਹਦੇ ਸਨ, ਸੂਰਜ ਨੂੰ ਦੇਵਤਾ ਜਾਣ ਕੇ ਇਹਨੂੰ ਹੀ ਪੂਜਦੇ ਸਨ। ਕਿਉਂਕਿ ਅੰਨ ਤੇ ਅੱਗ ਹੈ ਨਹੀਂ ਸੀ, ਸੂਰਜ ਦੇ ਨਾਲ ਪਕਵਾਨ ਤਿਆਰ ਹੁੰਦਾ ਸੀ ਤੇ ਇਹਦਾ ਹੀ ਮੰਤਰ ਪੜ੍ਹਦੇ ਸਨ। ਇਹਨੇ ਕੁਝ ਸਮੇਂ ਸੂਰਜ ਦੇ ਮੰਤਰ ਪੜ੍ਹੇ ਹਨ। ਕਰ ਤਿਆਰ ਤਰ ਦੀਨ ਅਗਾਰੇ। ਤੇ ਉਹ ਦੁੰਬੇ ਦਾ ਮਾਸ ਪਕਾ ਕੇ ਅੱਗੇ ਲਿਆ ਕੇ ਰੱਖ ਦਿੱਤਾ ਹੈ। ਦੇਖ ਗੁਰੂ ਤਬ ਗਿਰਾ ਉਚਾਰੇ। ਦੇਖ ਕੇ ਸਤਿਗੁਰਾਂ ਨੇ ਆਪਣੇ ਅੱਗੇ ਪਿਆ ਉਹ ਤੇ ਗੁਰੂ ਜੀ ਨੇ ਇਹ ਬਚਨ ਕੀਤਾ। ਇਸ ਕੀ ਅਸਤ ਖਾਲ ਹੈ ਜੋ। ਮਹਾਰਾਜ ਕਹਿਣ ਲੱਗੇ ਇਆਲੀ ਨੂੰ ਕਿ ਇਹਦੀ ਅਸਤ, ਇਹਦਾ ਜਿਹੜਾ ਹੱਡੀਆਂ ਹਨ ਅਤੇ ਜਿਹੜੀ ਉੱਪਰੋਂ ਖਲ ਉਤਾਰੀ ਹੈ, ਇਕੱਠੇ ਕਰ ਟਿਗਿਆਨੋ ਸੋ। ਉਹ ਖਲ ਤੇ ਹੱਡੀਆਂ ਉਹ ਵੀ ਇਕੱਠੀਆਂ ਕਰਕੇ ਲੈ ਆਵੋ। ਆਏ ਸਮਾਨ ਅਸਤ ਚੁਨ ਸਾਰੇ। ਸਤਿਗੁਰੂ ਜੀ ਦੀ ਆਗਿਆ ਮੰਨ ਕੇ ਇਸ ਇਆਲੀ ਨੇ ਸਾਰੀਆਂ ਹੱਡੀਆਂ ਇਕੱਠੀਆਂ ਕੀਤੀਆਂ ਨੇ। ਆਏ ਚਰਮ ਮਹਿ ਧਰੇ ਅਗਾਰੇ। ਤੇ ਖਲ ਦੇ ਵਿੱਚ ਉਹ ਹੱਡੀਆਂ ਪਾ ਕੇ ਤੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀਆਂ। ਇਹ ਬਿਲੋਕ ਬੋਲੇ ਜਗ ਸਾਈ। ਇਹ ਸਾਰਾ ਕੁਝ ਦੇਖ ਕੇ ਜਗਤ ਦੇ ਮਾਲਕ ਸਤਿਗੁਰੂ ਜੋ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਨੇ, ਜਿਨ੍ਹਾਂ ਨੇ ਨਵਾਂ ਖੰਡਾਂ ਨੂੰ, ਸਾਰੀ ਸ੍ਰਿਸ਼ਟੀ ਨੂੰ, 14 ਲੋਕਾਂ ਨੂੰ, 4 ਯੁੱਗਾਂ ਦੇ ਵਿੱਚ ਸਤਿਗੁਰੂ ਮਹਾਰਾਜ ਆਪ ਦਾਨ ਦਿੰਦੇ ਨੇ, ਸਾਰੀ ਸ੍ਰਿਸ਼ਟੀ ਦੇ ਦਾਤੇ ਨੇ, ਸਾਰੀ ਸ੍ਰਿਸ਼ਟੀ ਦੇ ਰਚਨਹਾਰ ਹਨ। ਜਦੋਂ ਸਤਿਗੁਰਾਂ ਅੱਗੇ ਸਾਰਾ ਕੁਝ ਲਿਆ ਕੇ ਰੱਖ ਦਿੱਤਾ, ਉਸ ਵਕਤ ਸਤਿਗੁਰਾਂ ਨੇ ਬਚਨ ਕਹੇ ਹਨ। ਉਠ ਦੁੰਬੇ ਚਰੀਏ ਹਰਿਆਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਉਠ ਦੁੰਬੇ ਚਰੀਏ ਹਰਿਆਏ। ਉਹ ਦੁੰਬੇ ਨੂੰ ਕਹਿੰਦੇ ਕਿ ਉਠ ਤੇ ਉੱਠ ਕੇ ਜਿਹੜਾ ਹਰਿਆ ਹਰਿਆ ਘਾਹ ਹੈ ਇਹ ਚਰਨਾ ਕਰ। ਬਚਨ ਕਰੇ ਜੀਵਿਓ ਤਤਕਾਲਾ। ਹੁਣ ਗੁਰਦੇਵ ਦੇ ਬਚਨ ਹੋਏ ਤੇ ਸਤਿਗੁਰ ਮੇਰਾ ਮਾਰ ਜੀਵਾਲਾ। ਜਦੋਂ ਗੁਰਦੇਵ ਦੇ ਬਚਨ ਹੋਏ ਕਿ ਉੱਠ ਤੇ ਉੱਠ ਕੇ ਹਰਿਆ ਘਾਹ ਚਰ,
ਤੇ ਗੁਰੂ ਜੀ ਦਾ ਬਚਨ ਸੁਣ ਕੇ ਉਹ ਉੱਠ ਕੇ ਖੜਾ ਹੋ ਗਿਆ। ਦੇਖਤ ਭਇਓ ਹੈਰਾਨ ਏ ਆਲਾ। ਜਦੋਂ ਅਯਾਲੀ ਨੇ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਹੈ ਨਾ, ਤੇ ਦੇਖ ਕੇ ਇਹ ਮਹਾਰਾਜੀਆਂ ਦਾ ਕੌਤਕ ਤੇ ਬੜਾ ਹੈਰਾਨ ਹੋਇਆ। ਕਲਾਵਾਨ ਜਬ ਮਨ ਮੈਂ ਚੀਨੰ। ਇਹ ਮਨ ਵਿੱਚ ਜਾਣ ਗਿਆ ਕਿ ਕੋਈ ਆਮ ਪੁਰਖ ਨਹੀਂ ਨੇ। ਚਲੋ ਪਹਿਲਾਂ ਵੀ ਲੋੜਵੰਦ ਆਉਂਦੇ ਸੀ, ਆਪਣੇ ਦੇਸ਼ ਦੀ ਰੀਤੀ ਹੈ ਕਿ ਆਪਾਂ ਉਹਦੀ ਸੇਵਾ ਕਰਦੇ ਸੀ, ਆਓ ਭਗਤ ਕਰਦੇ ਸੀ ਕਿ ਕੋਈ ਬਾਹਰੋਂ ਚੱਲ ਕੇ ਆਇਆ ਹੈ, ਪਰਦੇਸੀ ਹੈ। ਪਰ ਜਿਹੜੇ ਇਹ ਚੱਲ ਕੇ ਆਏ ਨੇ ਕੋਈ ਆਮ ਪੁਰਖ ਨਹੀਂ ਹਨ, ਇਹ ਤਾਂ ਕੋਈ ਪੂਰਨ ਪੁਰਖ ਹਨ ਕਿ ਜਿਨ੍ਹਾਂ ਨੇ ਮੇਰੇ ਅੱਖਾਂ ਦੇ ਸਾਹਮਣੇ ਕੌਤਕ ਵਰਤਾ ਦਿੱਤਾ ਹੈ। ਚਰਨ ਕਮਲ ਪਰ ਬੰਦੰ ਕੀਨੰ। ਉਸੇ ਵੇਲੇ ਇਹ ਜਿਹੜਾ ਅਯਾਲੀ ਸੀ ਮਹਾਰਾਜ ਦੇ ਚਰਨਾਂ ਦੇ ਉੱਤੇ ਢਹਿ ਪਿਆ। ਵੈਸਿਓ ਸ਼ਰਦਾ ਧਾਰ ਸਮੀਪਾ। ਹੁਣ ਪੂਰਨ ਸ਼ਰਧਾ ਅੰਦਰੋਂ ਜਾਗ ਪਈ। ਪਹਿਲਾਂ ਗੁਰੂ ਜੀ ਦੀ ਸੇਵਾ ਕਰਨ ਆਇਆ ਸੀ, ਪਰ ਮਹਾਰਾਜੀਆਂ ਦਾ ਇਹ ਕੌਤਕ ਦੇਖ ਕਰਕੇ ਇਹਦਾ ਹਿਰਦਾ ਸ਼ਰਧਾ ਦੇ ਨਾਲ ਭਰ ਗਿਆ ਕਿ ਆਪ ਜੀ ਪੂਰਨ ਪੁਰਖ ਹੋ। ਅਧੀਨ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਕੋਲ ਬੈਠ ਗਿਆ। ਤਬ ਬੋਲੇ ਬੇਦੀ ਕੁਲ ਦੀਪਾ। ਬੇਦੀਆਂ ਦੇ ਕੁਲ ਦੇ ਦੀਪਕ ਸਤਿਗੁਰੂ ਜੀ ਕਹਿਣ ਲੱਗੇ, ਸ਼ਾਹ ਵਿਸ਼ਾਲ ਬਲੋਕਿਓ ਜੋ। ਗੁਰਦੇਵ ਕਹਿਣ ਲੱਗੇ, ਤੁਹਾਡੇ ਨਗਰ ਦੇ ਵਿੱਚ ਜਿਹੜਾ ਵੱਡਾ ਸ਼ਾਹੂਕਾਰ ਹੋਵੇ, ਗੁਰਤੇ ਜਾਏ ਬੁਲਾਵੋ ਸੋ। ਜਾਓ ਉਹ ਵੱਡੇ ਸ਼ਾਹੂਕਾਰ ਨੂੰ ਇੱਥੇ ਬੁਲਾ ਕੇ ਲਿਆਵੋ। ਆਇਸਮਾਨ ਨਗਰ ਮੈਂ ਗਇਓ। ਸਤਿਗੁਰਾਂ ਦਾ ਬਚਨ ਮੰਨ ਕੇ ਇਹ ਆਲੀ ਆਪਣੇ ਨਗਰ ਵਿੱਚ ਗਿਆ ਹੈ। ਸ਼ਾਹ ਏਕ ਟਿਕ ਬੈਠਤ ਭਇਓ। ਜਿਹੜਾ ਵੱਡਾ ਸ਼ਾਹੂਕਾਰ ਸੀ ਉਹਦੇ ਕੋਲ ਜਾ ਕੇ ਬੈਠਾ ਹੈ। ਕਹਿਣ ਲਗਿਓ ਸੁਣੀਏ ਬਿਰਤੰਤਾ। ਸ਼ਾਹੂਕਾਰ ਨੂੰ ਇਹ ਆਲੀ ਜਾ ਕੇ ਕਹਿੰਦਾ ਹੈ ਕਿ ਮੇਰਾ ਇਹ ਬਚਨ ਸੁਣਨਾ ਕਰੋ। ਵਹਿਰ ਸੰਤ ਹੈ ਇੱਕ ਦੁਖ ਹੰਤਾ। ਸਾਡੇ ਨਗਰ ਤੋਂ ਬਾਰ-ਬਾਰ ਇੱਕ ਰੁੱਖ ਥੱਲੇ ਸੰਤ ਬੈਠੇ ਨੇ ਜਿਹੜੇ ਦੁੱਖਾਂ ਨੂੰ ਨਾਸ਼ ਕਰਦੇ ਨੇ। ਕਲਾਵਾਨ ਹੈ ਪਰਮ ਉਦਾਰਾ। ਉਹ ਬਹੁਤ ਕਲਾਵਾਨ ਹਨ ਤੇ ਉਦਾਰ ਚਿੱਤ ਵਾਲੇ ਹਨ, ਵੱਡੇ ਦਾਤੇ ਹਨ। ਦੇਹ ਨੈ ਤੋ ਕੋ ਨਿਗਟ ਹਕਾਰਾ। ਉਹਨਾਂ ਨੇ ਮਹਾਪੁਰਖਾਂ ਨੇ ਸੰਤਾਂ ਨੇ ਇਹ ਸ਼ਾਹੂਕਾਰ ਤੈਨੂੰ ਆਪਣੇ ਕੋਲ ਬੁਲਾਇਆ ਹੈ। ਸੁਣਤ ਸ਼ਾਹ ਤਰ ਹਰਖ ਬਿਸਾਲਾ। ਇਹ ਸ਼ਾਹੂਕਾਰ ਇਹ ਆਲੀ ਦੀ ਗੱਲ ਸੁਣ ਕੇ ਬੜਾ ਪ੍ਰਸੰਨ ਹੋਇਆ ਹੈ। ਗੁਰ ਤੇ ਨਿਕਸ ਚਲਿਓ ਤਤਕਾਲਾ। ਆਪਣੇ ਨਗਰ ਤੋਂ ਬੜੀ ਛੇਤੀ ਬਾਹਰ ਨਿਕਲਿਆ ਤੇ ਦੇ ਨਾਲ ਤੁਰ ਪਿਆ। ਲੈ ਏ ਆਲ ਤੇ ਕੋ ਨਿਜ ਸੰਗਾ। ਇਹ ਜਿਹੜਾ ਇਹ ਆਲੀ ਸੀ ਇਹਨੂੰ ਆਪਣੇ ਨਾਲ ਲੈ ਕੇ ਗੁਰ ਸਮੀਪ ਆਵਾ ਸੋ ਉਮੰਗਾ। ਬੜੇ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਕੋਲ ਆ ਗਿਆ। ਬੈਠ ਗਿਓ ਪਗ ਬੰਧਨ ਕਰਕਾ। ਆ ਕੇ ਦੋਨਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕੋਲ ਬੈਠ ਗਏ। ਦਰਸ ਬਿਲੋਕਤ ਸੁਖ ਉਰ ਭਰ ਕਾ। ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਹਿਰਦਾ ਸੁਖ ਦੇ ਨਾਲ ਭਰ ਗਿਆ। ਜਗ ਗੁਰ ਕਹਿਤ ਭਏ ਸੁਨ ਸ਼ਾਹੂ। ਜਗਤ ਦੇ ਗੁਰੂ ਸਤਿਗੁਰੂ ਜੀ ਕਹਿਣ ਲੱਗੇ, ਐ ਸ਼ਾਹੂਕਾਰ ਸੁਣ। ਅਨੋ ਅਨ ਜੇ ਹੈ ਘਰ ਮਾਹੂ। ਮਹਾਰਾਜ ਕਹਿਣ ਲੱਗੇ, ਜਾ ਜਾ ਕੇ ਅੰਨ ਲਿਆ ਜੇ ਤੇਰੇ ਘਰ ਵਿੱਚ ਥੋੜਾ ਬਹੁਤਾ ਪਿਆ ਹੋਵੇ। ਸ਼ਾਹ ਕਹੈ ਸਗਰੇ ਇਸ ਦੇਸ਼ਾ। ਕਿਉਂਕਿ ਸ਼ਾਹੂਕਾਰ ਨੂੰ ਤਾਂ ਬੁਲਾਇਆ ਕਿ ਇਸ ਦੇਸ਼ ਵਿੱਚ ਤਾਂ ਅੰਨ ਹੁੰਦਾ ਹੀ ਨਹੀਂ ਸੀ ਤੇ ਆਮ ਬੰਦੇ ਕੋਲ ਅੰਨ ਕਿੱਥੋਂ ਹੋਣਾ। ਤਾਂ ਇਹ ਆਲੀ ਨੂੰ ਕਿਹਾ ਸੀ ਕਿ ਜਾ ਕੇ ਸ਼ਾਹੂਕਾਰ ਨੂੰ ਬੁਲਾ ਜਿਹੜਾ ਸਭ ਤੋਂ ਵੱਡਾ ਹੋਵੇ। ਤੇ ਗੁਰਦੇਵ ਕਹਿਣ ਲੱਗੇ ਕਿ ਜੇ ਤੇਰੇ ਘਰ ਥੋੜਾ ਬਹੁਤਾ ਅੰਨ ਹੋਵੇ ਤੇ ਜਾ ਕੇ ਲੈ ਆ। ਅੰਨ ਨਾ ਉਪਜਤ ਸੁਣੇ ਦਰਵੇਸ਼ਾ। ਇਹ ਸੁਣ ਕੇ ਸ਼ਾਹੂਕਾਰ ਕਹਿਣ ਲੱਗਾ, ਇਹ ਦਰਵੇਸ਼ ਜੀ ਸੁਣੋ, ਤੁਸੀਂ ਅੰਨ ਦੀ ਗੱਲ ਕਰਦੇ ਹੋ, ਮੈਂ ਕਿੱਥੋਂ ਲੈ ਕੇ ਆਵਾਂ? ਸਾਡੇ ਤਾਂ ਦੇਸ਼ ਵਿੱਚ ਅੰਨ ਨਹੀਂ ਪੈਦਾ ਹੁੰਦਾ। ਆਮਿਖ ਖਾਨ ਕਰੈ ਨਰ ਸਭ ਹੀ। ਇੱਥੋਂ ਦੇ ਲੋਕ ਸਾਰੇ ਮਾਸ ਦਾ ਹੀ ਭੋਜਨ ਕਰਦੇ ਨੇ। ਤੁਮ ਜੇ ਚਾਹੋ ਲਿਆਓ ਮੈਂ ਅਬ ਹੀ। ਜੇ ਆਪ ਜੀ ਚਾਹੋ, ਤੁਹਾਡੀ ਆਗਿਆ ਹੋਵੇ ਤੇ ਮੈਂ ਉਹ ਮਾਸ ਜਿਹੜਾ ਹੈ ਜਿਹਦਾ ਭੋਜਨ ਸਾਰੇ ਨਗਰ ਵਾਲੇ ਕਰਦੇ ਨੇ ਉਹ ਲੈ ਆਉਣਾ। ਗੁਰੂ ਕਹੈ ਜੇ ਸਿੱਖੀ ਧਾਰੂ। ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ 4 ਕੁੰਟਾਂ ਦੇ ਵਿੱਚ ਸਤਿਨਾਮ ਦਾ ਬੀਜ ਬੀਜਿਆ ਨਾ, ਇਹਨਾਂ ਲੋਕਾਂ ਨੂੰ ਸਿੱਧੇ ਰਸਤੇ ਪਾਇਆ, ਭੁੱਲਿਆਂ ਨੂੰ ਭਟਕਦਿਆਂ ਨੂੰ ਸਿੱਧੇ ਮਾਰਗ ਤੇ ਤੋਰਨ ਵਾਸਤੇ ਗੁਰਦੇਵ ਨੇ ਇੱਕ ਕੌਤਕ ਰਚਣਾ। ਸਾਰੇ ਨਗਰ ਵਾਲਿਆਂ ਦਾ ਧਿਆਨ ਇਕਾਗਰ ਕਰਨਾ, ਖਿੱਚਣਾ ਤੇ ਫਿਰ ਸਾਰਿਆਂ ਨੂੰ ਉਪਦੇਸ਼ ਦੇਣਾ। ਸਾਰੇ ਨਗਰ ਦੇ ਵਿੱਚ ਜੇ ਕਿਤੇ ਦੁੱਖ ਹੋਵੇ ਉਹ ਦੁੱਖ ਨੂੰ ਕੱਟ ਦੇਣਾ ਤੇ ਫਿਰ ਕਹਿਣਾ ਤੁਸੀਂ ਸਿੱਖੀ ਧਾਰਨ ਕਰੋ, ਨਾਮ ਜਪੋ, ਫਿਰ ਕਦੇ ਵਾਸਤੇ ਵੀ ਇਹ ਦੁੱਖ ਤੁਹਾਨੂੰ ਸਤਾਣਗੇ ਨਹੀਂ। ਪਾਤਸ਼ਾਹ ਜੀ ਨੇ ਬਚਨ ਕੀਤੇ ਹਨ। ਮਹਾਰਾਜ ਕਹਿਣ ਲੱਗੇ, ਗੁਰੂ ਕਹੈ ਜੇ ਸਿੱਖੀ ਧਾਰੋ, ਮੁਖ ਤੇ ਸ਼੍ਰੀ ਪ੍ਰਭ ਨਾਮ ਉਚਾਰ। ਮਹਾਰਾਜ ਕਹਿਣ ਲੱਗੇ, ਜੇ ਤੁਸੀਂ ਸਿੱਖੀ ਨੂੰ ਧਾਰਨ ਕਰੋ, ਆਪਣੇ ਮੁਖ ਤੋਂ ਪ੍ਰਭੂ ਦਾ ਨਾਮ ਜਪੋਗੇ, ਅਨ ਅਗਨ ਹਮ ਦੇਵੈ ਦੋ। ਫਿਰ ਤੁਹਾਡੇ ਨਗਰ ਵਿੱਚ 2 ਚੀਜ਼ਾਂ ਦੀ ਘਾਟ ਹੈ ਨਾ, ਕਿਉਂਕਿ ਇੱਥੇ ਨਾ ਤੇ ਅੱਗ ਹੈ ਤੇ ਨਾ ਅੰਨ ਉਤਪੰਨ ਹੁੰਦਾ ਹੈ। ਮਹਾਰਾਜ ਕਹਿੰਦੇ, ਜੇ ਤੁਸੀਂ ਸਿੱਖੀ ਧਾਰਨ ਕਰੋ, ਨਾਮ ਜਪੋਗੇ, ਗਹੇ ਜੇ ਮਤ ਹਮਾਰ ਸਭ ਕੋ। ਤੇ ਫਿਰ ਗਹੇ ਜੋ ਮਤ ਹਮਾਰ ਸਭ ਕੋ, ਜਿਹੜਾ ਰਸਤਾ ਅਸੀਂ ਤੁਹਾਨੂੰ ਦੱਸਾਂਗੇ,
ਜਿਹੜਾ ਮਾਰਗ ਅਸੀਂ ਤੁਹਾਨੂੰ ਦੱਸਾਂਗੇ, ਜੇ ਉਸ ਮਾਰਗ ਨੂੰ ਧਾਰਨ ਕਰੋ, ਉਸ ਰਸਤੇ ਤੇ ਤੁਰੋ। ਉਹ ਮਾਰਗ ਕਿਹੜਾ ਹੈ ਕਿ ਨਾਮ ਜਪਣਾ, ਪ੍ਰਭੂ ਦੀ ਭਗਤੀ ਕਰਨੀ, ਸਿਮਰਨ ਕਰਨਾ। ਕਿਉਂਕਿ ਉਹਦਾ ਨਾਮ, ਉਹਦਾ ਸਿਮਰਨ ਤੁਸੀਂ ਭੁਲਾ ਦਿੱਤਾ ਹੈ, ਫੇਰ ਹੀ ਤਾਂ ਇਸ ਨਗਰ ਵਿੱਚ ਦੁੱਖ ਆਏ ਨੇ ਨਾ। ਨਾਮ ਨੂੰ ਭੁਲਾਉਣ ਕਰਕੇ ਤਾਂ ਦੁੱਖ ਹੀ ਦੁੱਖ ਹੈ। ਜੇ ਪ੍ਰਭੂ ਦਾ ਨਾਮ ਜਪੋਗੇ, ਸਿੱਖੀ ਨੂੰ ਧਾਰਨ ਕਰੋਗੇ, ਫਿਰ ਇਹ ਦੋਵੇਂ ਜਿਹੜੇ ਦੁੱਖ ਨੇ ਤੁਹਾਡੇ ਨਗਰ ਚੋਂ ਬਾਹਰ ਚਲੇ ਜਾਣਗੇ। ਕਿਉਂਕਿ ਇਸੇ ਚੀਜ਼ ਦਾ ਕਾਲ ਪਿਆ ਹੈ, ਨਾਮ ਨੂੰ ਭੁਲਾਣ ਕਰਕੇ ਨਗਰ ਦੁਖੀ ਹੋ ਰਿਹਾ ਹੈ। ਜਿਸ ਤਰ੍ਹਾਂ ਸ਼ਾਹੂਕਾਰ ਕਹੇਗਾ, ਸਤਿਗੁਰੂ ਤੁਹਾਡਾ ਬਚਨ ਸਾਡੇ ਸਾਰੇ ਨਗਰ ਨੂੰ ਹੀ ਪ੍ਰਵਾਨ ਹੈ, ਤੇ ਫਿਰ ਮਹਾਰਾਜ ਕਿਰਪਾ ਕਰਨਗੇ, ਥੋੜਾ ਜਿਹਾ ਅੰਨ ਕਿਤੋਂ ਪ੍ਰਾਪਤ ਹੋਵੇਗਾ, ਉਹ ਅੰਨ ਬੀਜਣ ਤੋਂ ਬਾਅਦ ਸਤਿਗੁਰੂ ਇਹ ਨਗਰ ਵਿੱਚ ਅੰਨ ਵੀ ਬਖਸ਼ਣਗੇ ਤੇ ਇਸ ਨਗਰ ਨੂੰ ਅੱਗ ਵੀ ਦੇਣਗੇ। ਉਹ ਅੱਗ ਕਿਹੜੀ, ਜਿਹੜੀ ਘਰਾਂ ਤੱਕ ਸੀਮਤ ਰਹਿੰਦੀ। ਕਿਉਂਕਿ ਜੇ ਅੱਗ ਨਾ ਮਿਲੇ ਤੇ ਫਿਰ ਪਕਵਾਨ ਵੀ ਤਿਆਰ ਨਹੀਂ ਹੁੰਦਾ। ਅੱਗ ਜੇ ਘਰਾਂ ਵਿੱਚ, ਚੁੱਲ੍ਹੇ ਵਿੱਚ ਸੀਮਤ ਰਵੇ ਤੇ ਫਿਰ ਹੀ ਬੰਦੇ ਦੀ ਜ਼ਿੰਦਗੀ ਬਣਦੀ ਹੈ। ਇਹ ਗੁਰਦੇਵ ਬਖਸ਼ਣਗੇ ਅੱਗ ਅਤੇ ਅੰਨ। ਇਹ ਸਾਰੇ ਨਗਰ ਨੂੰ ਸਿੱਧੇ ਰਸਤੇ ਪਾ ਕੇ, ਸਿੱਖੀ ਧਾਰਨ ਕਰਵਾ ਕੇ, ਸਿੱਧੇ ਰਸਤੇ ਪਾ ਕੇ ਨਾਮ ਸਿਮਰਨ ਦੇ ਵਿੱਚ ਇਹਨਾਂ ਨੂੰ ਜੋੜਨਗੇ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਫਿਰ ਸਤਿਗੁਰੂ ਇੱਥੋਂ ਚੱਲਦੇ ਹਨ, ਜਿਸ ਤਰ੍ਹਾਂ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਜਾਣਗੇ, ਫਿਰ ਸਤਿਗੁਰੂ ਅੱਗੇ ਵਲੀ ਕੰਧਾਰੀ ਉਹਦਾ ਮਾਣ ਦੂਰ ਕਰਨਗੇ। ਇਹ ਪ੍ਰਸੰਗ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਇੱਥੇ ਸਮਾਂ ਸਮਾਪਤੀ ਤੇ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਕਿ ਸਤਿਗੁਰੂ ਕਿਰਪਾਲੂ ਮਹਾਰਾਜ ਜੋ ਉਪਦੇਸ਼ ਸਾਡੀ ਝੋਲੀ ਪਾਉਂਦੇ ਹਨ, ਦਿੱਤਾ ਹੋਇਆ ਉਪਦੇਸ਼ ਸਤਿਗੁਰਾਂ ਦਾ, ਉਹਨੂੰ ਆਪਾਂ ਕਮਾ ਸਕੀਏ। ਤੇ ਕਮਾਈ ਵੀ ਗੁਰੂ ਦੀ ਕਿਰਪਾ ਦੇ ਨਾਲ ਹੀ ਹੋ ਸਕਦੀ ਹੈ। ਫਿਰ ਹੀ ਲੋਕ ਸੁਖੀਏ, ਪਰ ਲੋਕ ਸੁਹੇਲੇ ਹੋ ਸਕਣਗੇ। ਆਓ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ ਜੀ। ਇੱਥੇ ਸਮਾਪਤੀ ਹੈ ਜੀ। ਅਗਨ ਹਮ ਦੇਵੈ ਦੋ, ਗਹੇ ਜੋ ਮਤ ਹਮਾਰੇ ਸਭ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।